मित्र प्यारे हाल मुरीदा दा कहना। गुरु नानक पद पंकज बंदन पद पंकज बंद सिमरौ अंगद दुख निकन। गुर अमरदास हृदय नित ध्यावो हृदय नित। श्री गुरु रामदास गुर अर्जन विघ्नन के नासक विघ्नन के। हर गोबिंद शुभ सुमत पर का। श्री हर राय नमो कर जोरी नमो कर। श्री हर कृष्ण मनाओ बहु। गुर तेग बहादुर परम कृपाला जी परम कृपाला। श्री गुरु गोबिंद सिंह वैसा तारो तारा पर पुन पुन सीसा जी पुन पुन। बंदों बार बार जगदी एक अंकार सतगुरु तेह प्रसाद सच हो। वाहेगुरु जी की फतेह है विघ्न विनाशन। वाहेगुरु जी की फतेह है विघ्न विनाशन सोए। सतनाम श्री वाहिगुरु ਸਾਹਿਬ ਜੀਓ। ਦੋਹਰਾ ਸਾਕੀ ਤਾਰਾ ਸਿੰਘ ਕੀ ਸੁਨੋ ਸੁਭਗ ਨਿਧਾਨ। ਬਾਏ ਡਲ ਮਦ ਸਿੰਘ ਭਇਓ ਪੁੱਤਰ ਬੋਧ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जुग हो जुग अटल दीन दुनिया के वाली चबर छतर तख्त के मालिक सतगुरु धन धन श्री गुरु ग्रंथ साहिब जी महाराज गरीब नवाज सच्चे पातशाह जी दे पावन चरणा कवलों पास जुड़ बैठी गुरु स्वरूप गुरु खालसा साध संगत जी आप जी सरबत संगतां वडभागी हो। लड़ीवार गुरु का इतिहास श्रवण करने वास्ते साहिब सच्चे पातशाह जी दे पावन चरणा कवलों पास आप जी हाजरियां भर रहे हो। जो लड़ीवार प्रकरण श्री पंथ प्रकाश का आपां सरवण कर रहे हाँ। भाई हिंदाल जो जंडियाला नगर का रहन वाला गुरु अमरदास महाराज के चरणों पास आए सेवा की सतगुरां की बख्शिश होई भाई हिंदाल ते ਜਿਹੜਾ ਜੰਡਿਆਲੇ ਦਾ ਇਲਾਕਾ ਪੈਂਦਾ ਸੀ। ਇਸ ਇਲਾਕੇ ਵਿੱਚ ਕਰੀਬਨ 20 ਕੁ ਪਿੰਡ ਜਿਹੜੇ ਸਨ। ਉਹਨਾਂ 20 ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭਾਈ ਹਿੰਦਾਲ ਨੂੰ ਥਾਪਿਆ ਮਹਾਰਾਜ ਨੇ। ਪਰ ਭਾਈ ਹਿੰਦਾਲ ਨੂੰ ਅਪਮਾਨ ਹੋਣ ਲੱਗ ਪਿਆ। ਉਹ ਗੁਰੂ ਬਣ ਕੇ ਬੈਠ ਗਿਆ। सिखी का नाम मिटा के अपने आप को निरंजनिया कहन लग पे। दावा किया कि कौन मेरा गुरु, भाव कि मैं गुरु अमरदास जी को नहीं जानता कौन ने।
ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੋ ਜਨਮ ਸਾਖੀ ਹੈ, ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਮਿਲਾਵਟ ਕੀਤੀ। ਇਹਦਾ ਪੁੱਤਰ ਵਿਧੀ ਚੰਦ, ਉਹ ਵੀ ਇਸੇ ਪ੍ਰਕਾਰ ਮਾੜੀ ਬੁੱਧੀ ਦਾ ਮਾਲਕ। ਇਹਦੇ ਪੋਤਰੇ ਜਿਹੜੇ ਸਨ ਉਹ ਵੀ ਇਸੇ ਪ੍ਰਕਾਰ ਹੀ ਮਾੜੀ ਬੁੱਧੀ ਦੇ ਮਾਲਕ ਸਨ। ਕਿਰਪਾਲ ਤੇ ਦਿਆਲ ਵਰਗੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਦੋਂ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਤੇ ਮੂਹਰੇ ਲੱਗ ਕੇ ਇਹਨਾਂ ਨੇ ਸਿੰਘਾਂ ਨੂੰ ਕਤਲ ਕਰਵਾਇਆ। ਮੂਹਰੇ ਲੱਗ ਕੇ ਆਪ ਦੱਸਦੇ ਸਨ ਵੀ ਆ ਫਲਾਣੇ ਪਿੰਡ ਵਿੱਚ ਸਿੱਖ ਰਹਿੰਦਾ, ਇੱਥੇ ਸਿੱਖ ਰਹਿੰਦਾ ਹੈ। ਅਖੀਰ ਪੰਥ ਦੀ ਸ਼ਰਨ ਦੇ ਵਿੱਚ ਆ ਗਏ। ਇੱਕ ਇਹਨਾਂ ਵਿੱਚੋਂ ਮਾਰਿਆ ਗਿਆ ਤੇ ਦੂਸਰਾ ਜਿਹੜਾ ਸੀ ਉਹ ਆਪ ਗੁਰੂ ਬਣ ਕੇ ਬਹਿ ਗਿਆ। ਅਖੀਰ ਦੇ ਵਿੱਚ ਜਿਹੜਾ ਦਿਆਲਦਾਸ ਹੈ ਗੱਦੀ ਤੇ ਬੈਠਾ ਹੈ। ਦਿਆਲਦਾਸ ਦੇ ਘਰ ਦੇ ਵਿੱਚ ਸ਼ਰਨਦਾਸ ਨੇ ਜਨਮ ਲਿਆ। ਬੜਾ ਬਮਾਨੀ ਸੀ, ਸ਼ਰਾਬੀ ਕਪਾਬੀ ਸੀ, ਬੁਰੇ ਕਰਮ ਕਰਦਾ ਸੀ। ਅਖੀਰ ਇਹਨਾਂ ਦੀ ਸੰਤਾਨ ਇਸੇ ਤਰ੍ਹਾਂ ਖਤਮ ਹੋ ਗਈ। ਘਰ ਦੇ ਵਿੱਚ ਔਲਾਦ ਨਹੀਂ ਹੋਈ ਤੇ ਭਾਈ ਹਿੰਦਾਲ ਦੀ ਸੰਤਾਨ ਮੁੱਕ ਗਈ। ਭਾਈ ਰਤਨ ਸਿੰਘ ਜੀ ਨੇ ਜਿਹੜੇ ਪ੍ਰਸੰਗ ਲਿਖੇ ਨੇ ਪਿੱਛੇ, ਗੁਲਾਬ ਰਾਏ ਦਾ ਪ੍ਰਸੰਗ ਆਇਆ, ਹਿੰਦਾਲੀਆਂ ਦਾ ਪ੍ਰਸੰਗ ਆਇਆ, ਗੰਗੂ ਸ਼ਾਹੀਆਂ ਦਾ ਪ੍ਰਸੰਗ ਆਇਆ। ਇਹ ਉਹ ਲੋਕ ਸਨ ਜਿਨ੍ਹਾਂ ਨੇ ਗੁਰੂ ਬਣਨ ਦਾ ਦਾਅਵਾ ਕੀਤਾ। ਅਖੀਰ ਇਹਨਾਂ ਦੀ ਆਪਣੀਆਂ ਕੁੱਲਾਂ ਨਾਸ਼ ਹੋ ਗਈਆਂ। ਸੋ ਆਓ ਅਗਲੀ ਕਥਾ ਆਪਾਂ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਭਾਈ ਹੁਣ ਭਾਈ ਤਾਰਾ ਸਿੰਘ ਨਿਹੰਗ ਸਿੰਘ ਦੀ ਕਥਾ ਸਰਵਣ ਕਰੋ, ਜੋ ਬੁੱਧੀ ਦਾ ਖਜ਼ਾਨਾ ਸੀ, ਗੁਰੂ ਸਾਹਿਬ ਦਾ ਪ੍ਰੇਮੀ ਤੇ ਬੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਨ ਵਾਲਾ, ਸੇਵਾ ਸਿਮਰਨ ਕਰਨ ਵਾਲਾ ਤੇ ਸੁਭਾਅ ਦਾ ਦੰਗਈ ਸੀ, ਲੜਾਕੂ ਸਿੰਘ ਸੀ, ਤਿਆਰ ਬਰ ਤਿਆਰ ਰਹਿਣਾ ਤੇ ਕਿਸੇ ਦੀ ਈਨ ਨਾ ਮੰਨਣੀ। ਸੋ ਹੇ ਬੁੱਧੀ ਜਨੋ, ਪ੍ਰੇਮ ਸਹਿਤ ਭਾਈ ਤਾਰਾ ਸਿੰਘ ਦੀ ਜਿਹੜੀ ਕਥਾ ਹੈ ਉਹ ਸਰਵਣ ਕਰੋ। ਇੱਕ ਪਿੰਡ ਸੀ, ਪਿੰਡ ਵਾਂ ਡੱਲ, ਉਹਨੂੰ ਬਾਏਂ ਡੱਲ ਵੀ ਕਹਿ ਦਿੰਦੇ ਨੇ। ਲਾਹੌਰ ਦੇ ਪਾਸ ਸਾਧ ਸੰਗਤ ਜੀ, ਤਹਿਸੀਲ ਜਿਹੜੀ ਕਸੂਰ ਤੇ ਜ਼ਿਲ੍ਹਾ ਲਾਹੌਰ, ਇਸ ਇਲਾਕੇ ਦੇ ਵਿੱਚ ਇਹ ਨਗਰ ਪੈਂਦਾ ਸੀ। ਇਹਨੂੰ ਵਾਂ ਕਹਿੰਦੇ ਸਨ, ਵਾਂ ਨਗਰ ਵੀ ਕਹਿ ਦਿੱਤਾ ਜਾਂਦਾ ਸੀਗਾ। ਲਾਹੌਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ, ਤਹਿਸੀਲ ਕਸੂਰ ਸੀ। ਇਸ ਨਗਰ ਦੇ ਵਿੱਚ ਬੁੱਟਰ ਗੋਤ ਦੇ ਕਾਫੀ ਜਿਹੜੇ ਲੋਕ ਉਹ ਰਹਿੰਦੇ ਸਨ ਤੇ ਭਾਈ ਤਾਰਾ ਸਿੰਘ ਜੀ ਉਹ ਵੀ ਇਸੇ ਨਗਰ ਦੇ ਵਸਨੀਕ ਤੇ ਇਸੇ ਨਗਰ ਵਿੱਚ ਹੀ ਰਹਿੰਦੇ ਹਨ। ਭਾਈ ਤਾਰਾ ਸਿੰਘ ਜੀ ਹਠੀ ਤਪੀ ਤੇ ਜਤਵਾਨ ਸਨ, ਤਿਆਰ ਬਰ ਤਿਆਰ ਰਹਿਣਾ ਤੇ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ, ਉਸ ਰਹਿਤ ਮਰਿਆਦਾ ਵਿੱਚ ਪ੍ਰਪੱਕ ਰਹਿੰਦੇ ਹਨ। ਨੀਲੇ ਰੰਗ ਦੇ ਬਸਤਰ ਸਰੀਰ ਤੇ ਧਾਰਨ ਕਰਕੇ ਰੱਖਦੇ ਸਨ। ਮਹਾਰਾਜ ਕਲਗੀਧਰ ਜੀ ਨੇ ਜਿਹੜਾ ਖਾਲਸਾ ਪੰਥ ਸਾਜਿਆ, ਉਹਨਾਂ ਨੂੰ ਨੀਲਾ ਬਾਣਾ ਬਸਤਰ ਕੀਤਾ। ਫੌਜ ਦਾ ਬਾਣਾ ਸੀ ਮਹਾਰਾਜ ਕਲਗੀਧਰ ਜੀ ਦਾ। ਸ਼ੁਰੂ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਫੌਜ ਨਿਹੰਗ ਸਿੰਘ ਨੀਲਾ ਬਸਤਰ ਧਾਰਨ ਕਰਦੇ, ਨੀਲੇ ਦਮਾਲੇ ਸਜਾਉਂਦੇ ਨੇ ਤੇ ਸਜਾ ਤਨ ਸ਼ਸਤਰ ਜੰਗੀ, ਤੇ ਜੰਗੀ ਜਿਹੜੇ ਸ਼ਸਤਰ ਨੇ ਸਰੀਰ ਤੇ ਸਜਾ ਕੇ ਰੱਖਦੇ ਨੇ। 1.25 ਮਣ ਲੋਹਾ ਜਿਹੜਾ ਸੀਗਾ ਉਹ ਸਿੰਘਾਂ ਦੇ ਸਰੀਰ ਤੇ ਹੁੰਦਾ ਸੀ। ਚੱਕਰ ਪਹਿਨੇ ਹੁੰਦੇ ਨੇ, ਸ਼ਸਤਰ ਹਰ ਪ੍ਰਕਾਰ ਦੇ ਸਰੀਰ ਤੇ ਧਾਰਨ ਕਰਕੇ ਰੱਖਦੇ ਤੇ ਤਿਆਰ ਬਰ ਤਿਆਰ ਰਹਿੰਦੇ ਨੇ। ਸਾਡੇ ਕੋਲੋਂ ਤਾਂ 9 ਇੰਚੀ ਕਿਰਪਾਨ ਨਹੀਂ ਚੁੱਕੀ ਜਾਂਦੀ ਤੇ ਉਹ 1.25 ਮਣ ਲੋਹੇ ਦੇ ਜਿਹੜੇ ਸ਼ਸਤਰ ਉਹ ਸਰੀਰ ਤੇ ਪਹਿਨ ਕੇ ਤਿਆਰ ਬਰ ਤਿਆਰ ਰਹਿੰਦੇ ਹਨ।
ਹਿਰਦੇ ਵਿੱਚ ਗੁਰਬਾਣੀ ਦਾ ਬੜਾ ਪ੍ਰੇਮ ਰੱਖਦੇ ਨੇ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੇ ਸਿੱਖੀ ਸਿਦਕ ਨੂੰ ਧਾਰਦੇ ਨੇ, ਸਿੱਖੀ ਸਿਦਕ ਨਿਭਾਉਂਦੇ ਹਨ। ਜਿਵੇਂ ਸਤੀ ਇਸਤਰੀ ਆਪਣੇ ਮੁਖ ਤੋਂ ਜਿਹੜਾ ਬਚਨ ਕਹਿ ਦਏ ਤੇ ਉਹਨੂੰ ਪਾਲਦੀ ਹੈ, ਇਨਵੇਂ ਇਸੇ ਪ੍ਰਕਾਰ ਭਾਈ ਤਾਰਾ ਸਿੰਘ ਜੀ ਵਾਂ ਜੋ ਵੀ ਆਪਣੇ ਮੁਖ ਤੋਂ ਬਚਨ ਕਹਿੰਦੇ ਨੇ ਉਹ ਬਚਨ ਪਾਲਦੇ ਨੇ। ਸੂਰਬੀਰ ਬਚਨ ਕੇ ਬਲੀ, ਬਚਨਾਂ ਦੇ ਬਲੀ ਨੇ। ਇਹ ਨਹੀਂ ਵੀ ਅੱਜ ਕੁਝ ਤੇ ਕੱਲ ਕੁਝ, ਜਿਹੜਾ ਬਚਨ ਕਹਿ ਦਿੱਤਾ ਨਾ ਇੱਕ ਵਾਰ, ਸਹੀ ਆਪਣਾ ਸੀਸ ਬਲੀਦਾਨ ਜਿਹੜਾ ਸੀਗਾ ਉਹ ਕਰ ਦਿੰਦੇ ਸਨ ਬਚਨ ਪਿੱਛੇ, ਪਰ ਪਿੱਛੇ ਨਹੀਂ ਸਨ ਹਟਦੇ। ਭਾਈ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਕਹਿ ਲਓ ਵੀ ਜਿਹੜੇ ਦੰਗਈ ਸਿੰਘ ਸਨ ਨਾ, ਲੜਾਕੂ ਜੰਗ ਕਰਨ ਵਾਲੇ ਯੋਧੇ ਸਿੰਘ ਸਨ, ਉਹਨਾਂ ਸਾਰੇ ਸਿੰਘਾਂ ਦੇ ਵਿੱਚ ਭਾਈ ਤਾਰਾ ਸਿੰਘ ਦਾ ਨਾਮ ਪਹਿਲਾਂ ਗਿਣ ਲਓ ਵੀ ਉਹ ਸਭ ਤੋਂ ਮੂਹਰੀ ਸਿੰਘ ਸਨ। ਜਿਹੜੀ ਬਲਾ ਦੂਜੇ ਦੇ ਘਰ ਵਿੱਚ ਜਾਂਦੀ ਹੁੰਦੀ ਸੀ ਨਾ, ਵੀ ਲੜਾਈ ਦੂਜੇ ਦੇ ਘਰ ਵਿੱਚ ਜਾ ਰਹੀ, ਕਲੇਸ਼ ਦੂਜੇ ਦੇ ਘਰ ਵਿੱਚ ਜਾ ਰਿਹਾ ਹੈ, ਤੇ ਉਹ ਆਪਣੇ ਘਰ ਵਿੱਚ ਬੁਲਾ ਜਾਂਦਾ ਸੀ ਵੀ ਆ ਜਾ ਕੇ ਦੁਪਹਿਰਾ ਕਟਾ ਕੇ ਚਲੀ ਜਾਈ। ਵੀ ਬੁਲਾ ਕਿਸੇ ਹੋਰ ਦੇ ਘਰ ਵਿੱਚ ਜਾਂਦੀ ਤੇ ਆਪਣੇ ਗਲ ਪਾ ਲੈਣੀ। ਆਮ ਸ਼ਬਦਾਂ ਵਿੱਚ ਤੁਸੀਂ ਇਉਂ ਕਹਿ ਲਓ ਵੀ ਲੜਾਈ ਮੁੱਲ ਦੀ ਲੈਣੀ। ਵੀ ਇਹੋ ਜਿਹਾ ਸੁਭਾਅ ਸੀ ਭਾਈ ਤਾਰਾ ਸਿੰਘ ਦਾ ਵੀ ਉਹ ਮੁੱਲ ਦੀ ਲੜਾਈ ਲੈਂਦੇ ਸਨ। ਤੇ ਕਿਸੇ ਦੇ ਘਰ ਵਿੱਚ ਜਾਂਦੀ ਹੋਈ ਬਲਾ ਨੂੰ ਕਹਿੰਦੇ ਸਨ ਵੀ ਆ ਕੇ 2 ਘੜੀਆਂ ਦੁਪਹਿਰਾ ਮੇਰਾ ਕਟਾ ਕੇ ਤੁਰ ਜਾਵੀਂ। ਆਪਣਾ ਸੀਸ ਆਪਣੀ ਤਲੀ ਤੇ ਰੱਖ ਕੇ ਫਿਰਦੇ ਨੇ, ਪਰਵਾਹ ਨਹੀਂ ਮਰਨ ਦੀ। ਕੋਈ ਗੱਲ ਨਹੀਂ, ਮਰਨਾ ਇੱਕ ਦਿਨ ਮੰਜੇ ਤੇ ਪੈ ਕੇ ਵੀ ਮਰ ਜਾਣਾ। ਇਹਦੇ ਨਾਲੋਂ ਚੰਗਾ ਵੀ ਮੈਦਾਨੇ ਜੰਗ ਵਿੱਚ ਜੂਝ ਕੇ ਹੀ ਮਰ ਜਾਈਏ। ਹਰ ਵਕਤ ਜੰਗ ਵਿੱਚ ਸ਼ਹੀਦ ਹੋਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਦੇ ਸਿਰ ਦੇ ਉੱਪਰ ਜਿਹੜਾ ਮੌਤ ਦਾ ਡੇਰਾ ਸੀ ਨਾ, ਉਹਨੂੰ ਹਮੇਸ਼ਾ ਸਜਾ ਕੇ ਰੱਖਦੇ ਸਨ, ਤਿਆਰ ਬਰ ਤਿਆਰ ਰਹਿਣਾ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਇਹੋ ਜਿਹਾ ਭਾਈ ਸੁਭਾਅ ਸੀ ਭਾਈ ਤਾਰਾ ਸਿੰਘ ਦਾ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੁਰਕਾਂ ਨਾਲ ਜੰਗ ਕਰਦੇ ਸਨ, ਭਾਈ ਤਾਰਾ ਸਿੰਘ ਵੀ ਉਸ ਸਮੇਂ ਉਹਨਾਂ ਦੀ ਫੌਜ ਦੇ ਵਿੱਚ ਸ਼ਾਮਲ ਸਨ। ਮਹਾਰਾਜ ਕਲਗੀਧਰ ਜੀ ਦੇ ਹੁਕਮਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕੇ ਉਹਨਾਂ ਨੇ ਤੁਰਕਾਂ ਨੂੰ ਹਰਾਇਆ ਹੈ। ਜਿਹੜੇ ਤੁਰਕ ਸਨ ਉਹ ਸਿੰਘਾਂ ਦੀ ਖੁਸ਼ਾਮਦ ਕਰਨ ਲੱਗ ਪਏ, ਚਾਪਲੂਸੀ ਕਰਦੇ ਨੇ, ਬੇਨਤੀਆਂ ਕਰਦੇ ਨੇ ਤੇ ਆਪਣਾ ਨਗਰ ਮੁਲਕ ਵਸਾ ਕੇ ਤੇ ਆਪਣਾ ਸਮਾਂ ਕੱਟਦੇ ਹਨ। ਜਿਹੜੇ ਸਿੰਘ ਨੇ ਉਹਨਾਂ ਦੇ ਨਾਲ ਉਹ ਲੀਪਾ ਪੋਚੀ ਕਰਕੇ ਰੱਖਦੇ ਨੇ, ਭਾਵ ਉਹਨਾਂ ਦੇ ਨਾਲ ਆ ਕੇ ਪ੍ਰੇਮ ਵਾਲੀਆਂ ਗੱਲਾਂ ਕਰਦੇ ਨੇ। ਅੰਦਰੋਂ ਭਾਵੇਂ ਛਲੀਏ ਨੇ ਪਰ ਉੱਪਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਉਹਨਾਂ ਦੇ ਨਾਲ ਆਪਣਾ ਬਾਹਰੀ ਜਿਹੜਾ ਸੰਬੰਧ ਬਣਾ ਕਰਕੇ ਰੱਖਦੇ ਨੇ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਤੱਦੀ ਲੱਖ ਟਲ ਜਾਹੇ। ਇਸ ਤਰ੍ਹਾਂ ਉਹ ਜਾਣਦੇ ਨੇ ਵੀ ਬਲਾ ਜਿਹੜੀ ਹੈ ਨਾ, ਔਖਾ ਸਮਾਂ ਸਾਡੇ ਤੋਂ ਟਲ ਸਕਦਾ ਹੈ। ਇਸ ਤਰ੍ਹਾਂ ਸਿੰਘਾਂ ਨਾਲ ਪ੍ਰੇਮ ਦੀਆਂ ਗੱਲਾਂ ਕਰਕੇ ਤੇ ਆਪਣਾ ਔਖਾ ਸਮਾਂ ਤੁਰਕ ਟਾਲਦੇ ਹਨ। ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਤੁਰਕਾਂ ਦਾ ਖਾਤਮਾ ਕੀਤਾ ਤੇ ਹੌਲੀ ਹੌਲੀ ਫਿਰ ਤਤ ਖਾਲਸੇ ਦੇ ਵਿਰੋਧ ਵਿੱਚ ਵੀ ਆਇਆ ਬੰਦਾ ਸਿੰਘ ਬਹਾਦਰ। ਬਿਨਾਂ ਕਿਸੇ ਕਾਰਨ ਤੋਂ ਉਹ ਸਿੰਘਾਂ ਦਾ ਵਿਰੋਧ ਕਰਨ ਲੱਗ ਪਿਆ ਤੇ ਬਾਬਾ ਤਾਰਾ ਸਿੰਘ ਉਹਨਾਂ ਤੋਂ ਅਲੱਗ ਹੋ ਗਏ। ਇਸ ਪ੍ਰਕਾਰ ਬੰਦਾ ਮਾਰਿਓ ਜਬ ਉਹਨੇ ਬਿਨ ਖਤਿਓ ਸਿੰਘਨ ਖਪਾਹੇ। ਬਿਨਾਂ ਕਿਸੇ ਕਾਰਨ ਤੋਂ ਤੁਰਕਾਂ ਨੇ ਸਿੰਘਾਂ ਨੂੰ ਮਾਰਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਤੁਰਕਾਂ ਨੂੰ। ਜਿਹੜੇ ਬਾਬਾ ਤਾਰਾ ਸਿੰਘ ਸਨ ਉਹਨਾਂ ਦੇ ਕੋਲ ਜਗੀਰ ਵੀ ਸੀ ਇਸ ਪਿੰਡ ਦੀ। ਇੱਥੋਂ ਦਾ ਮਾਮਲਾ ਉਹ ਆਪ ਕਰਾਉਂਦੇ ਸਨ ਤੇ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਜਗੀਰ ਲਾ ਦਿੱਤੀ। ਮਹਾਰਾਜ ਤੁਸੀਂ ਇੱਥੇ ਬੈਠੋ, ਆਪਣੀ ਕਿਰਤ ਵਿਰਤ ਕਰੋ, ਕੋਈ ਟੈਕਸ ਨਹੀਂ ਤੁਹਾਡੇ ਤੋਂ ਲਿਆ ਜਾਏਗਾ ਤੇ ਸਾਰਾ ਪਿੰਡ ਹੀ ਤੁਹਾਡਾ ਮਾਮਲਾ ਕਰਾਓ। ਇਸ ਤਰ੍ਹਾਂ ਤੁਰਕਾਂ ਨੇ ਉਹਨਾਂ ਨੂੰ ਜਗੀਰ ਦਿੱਤੀ ਹੋਈ ਹੈ। ਤੇ ਬਾਬਾ ਤਾਰਾ ਸਿੰਘ ਜੀ ਨੇ ਇਸ ਪਿੰਡ ਵਿੱਚ ਬੂੰਗਾ ਚਿਣ ਲਿਆ ਤੇ ਬੂੰਗੇ ਦੇ ਵਿੱਚ ਰਹਿੰਦੇ ਹਨ। ਉਹਨਾਂ ਨੇ ਕੋਈ ਸਮਾਂ ਨਹੀਂ ਵੇਖਿਆ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ, ਕੋਈ ਮੋਰਚਾ ਨਹੀਂ ਬਣਾਇਆ। ਇਸ ਤਰ੍ਹਾਂ ਹੀ ਬੂੰਗੇ ਦੇ ਵਿੱਚ ਆਪਣਾ ਸਮਾਂ ਪਾਸ ਕਰਦੇ ਹਨ।
ਉਹਨਾਂ ਨੇ ਆਪਣਾ ਸੁਭਾਅ ਉਦਾਂ ਦਾ ਹੀ ਰੱਖਿਆ ਹੈ। ਇਹ ਨਹੀਂ ਵੀ ਉਹਨਾਂ ਨੂੰ ਤੁਰਕਾਂ ਨੇ ਜਗੀਰ ਦੇ ਦਿੱਤੀ, ਸਿੰਘ ਪਰਵਾਹ ਵੀ ਕਿਸੇ ਦੀ ਨਹੀਂ ਕਰਦੇ। ਭਾਵੇਂ ਕੋਈ ਕੱਡਾ ਖੱਬੀ ਖਾਂ ਆ ਜਾਏ ਆਪਣੇ ਆਪ ਵਿੱਚ ਵੀ ਮੈਂ ਮਾਇਆ ਧਾਰੀਆਂ, ਮੈਂ ਜੇ ਹਾਂ ਮੈਂ ਉਹ ਹਾਂ, ਸਿੰਘ ਨਹੀਂ ਪਰਵਾਹ ਕਰਦੇ ਕਿਸੇ ਦੀ। ਲੋਕਾਂ ਨੂੰ ਪਰਵਾਹ ਹੋਵੇਗੀ ਲੋਕਾਂ ਦੀ, ਖਾਲਸੇ ਨੂੰ ਨਹੀਂ ਕਿਸੇ ਦੀ ਪਰਵਾਹ ਹੁੰਦੀ, ਤੇ ਪਰਵਾਹ ਕਰਨ ਵਾਲਾ ਖਾਲਸਾ ਨਹੀਂ ਹੁੰਦਾ। ਬਾਬਾ ਤਾਰਾ ਸਿੰਘ ਜੀ ਭਾਵੇਂ ਜਗੀਰ ਸੀ ਉਹਨਾਂ ਦੇ ਪਾਸ, ਉਹ ਪਰਵਾਹ ਨਹੀਂ ਸਨ ਕਿਸੇ ਦੀ ਕਰਦੇ, ਕੋਈ ਪਰਵਾਹ ਨਹੀਂ। ਉਹਨਾਂ ਕੋਈ ਮੋਰਚਾ ਨਹੀਂ ਬਣਾਇਆ, ਆਪਣਾ ਬੂੰਗਾ ਬਣਾ ਕੇ ਬੂੰਗੇ ਵਿੱਚ ਰਹਿੰਦੇ ਨੇ। ਤੇ ਭਾਈ ਸਾਹਿਬ ਜੀ ਕਹਿੰਦੇ ਸਿਰੜ ਧਾਰਨ ਕਰਕੇ ਰੱਖਿਆ ਹੋਇਆ, ਬੜੇ ਹਠੀ ਤਪੀ ਨੇ ਵੀ ਕੋਈ ਨਹੀਂ, ਤੁਰਕ ਆ ਗਏ ਤੇ ਸੋਧ ਦਿਆਂਗੇ ਤੁਰਕਾਂ ਨੂੰ, ਮਰਨਾ ਪਿਆ ਤੇ ਮਰ ਵੀ ਜਾਵਾਂਗੇ ਮੈਦਾਨੇ ਜੰਗ ਵਿੱਚ। ਉਹਨਾਂ ਨੇ ਆਪਣਾ ਉਹੀ ਸਿਰ ਰੱਖਿਆ ਹੋਇਆ ਜਿਹੜਾ ਸ਼ੁਰੂ ਤੋਂ ਖਾਲਸੇ ਪੰਥ ਨਾਲ ਮਿਲ ਕੇ ਤੇ ਤੁਰਕਾਂ ਦਾ ਘਾਤ ਕਰਦੇ ਸੀ, ਉੱਦਾਂ ਦਾ ਸੁਭਾਅ ਬਣਾ ਕੇ ਰੱਖਿਆ ਹੈ। ਜਿਹੜੀ ਪਹਿਲੀ ਬਾਣ ਹੈ ਨਾ ਆਦਤ ਹੈ, ਉਸ ਆਦਤ ਤੋਂ ਨਹੀਂ ਟਲਦੇ। ਬਸ ਦੰਗਾ ਫੰਗਾ ਮਚਾ ਕੇ ਹੀ ਰੱਖਦੇ, ਜਿੱਥੇ ਮੌਕਾ ਮਿਲਦਾ ਉੱਥੇ ਹੀ ਲੜ ਪੈਂਦੇ ਨੇ। ਰਾਹ ਜਾਂਦੀ ਹੋਈ ਜਿਹੜੀ ਬਲਾ ਹੁੰਦੀ ਹੈ ਨਾ, ਜਿਹੜਾ ਰਾਹ ਜਾਂਦਾ ਕਲੇਸ਼ ਹੁੰਦਾ, ਉਹਨੂੰ ਮੁੱਲ ਖਰੀਦ ਲੈਂਦੇ ਹਨ। ਤੇ ਕਰੀਬਨ ਆਪਣੇ ਕੋਲ 10 5 15 ਹੋ ਗਏ, 10 5 ਦੰਗਈ ਜਿਹੜੇ ਨੇ ਨਾ ਵੀ 15 ਦੰਗਈ ਲੜਾਕੂ ਸਿੰਘ ਆਪਣੇ ਨਾਲ ਹਮੇਸ਼ਾ ਰੱਖਦੇ ਹਨ। ਤੇ ਜੇਕਰ ਕੋਈ 4 ਚਫੇਰੇ ਤੋਂ ਉਲਾਂਭਾ ਲੈ ਕੇ ਆ ਜਾਂਦਾ ਹੈ, ਬੜਾ ਉਹਦਾ ਹਿੱਤ ਕਰਦੇ ਨੇ। ਉਲਾਂਭੇ ਦਾ ਮਤਲਬ ਇਹ ਹੈ ਵੀ ਜੇ ਕੋਈ ਸਿੰਘ ਕਿਤੇ ਬਾਹਰ ਲੜ ਪਏ ਨਾ ਕਿਸੇ ਨਾਲ, ਤੇ ਜਦੋਂ ਬਾਬਾ ਤਾਰਾ ਸਿੰਘ ਜੀ ਦੇ ਕੋਲ ਆ ਜਾਂਦਾ ਹੈ, ਉਲਾਂਭਾ ਆ ਜਾਂਦਾ ਵੀ ਆਹ ਸਿੰਘ ਨੇ ਲੜਾਈ ਕੀਤੀ ਹੈ, ਤੇ ਉਹਨਾਂ ਨੂੰ ਬੜੇ ਹਿੱਤ ਦੇ ਨਾਲ ਸੰਭਾਲਦੇ ਨੇ ਵੀ ਤੂੰ ਜੰਗ ਕਰਕੇ ਆਇਆ, ਤੂੰ ਲੜ ਕੇ ਆਇਆ। ਆਪਣਾ ਵੀ ਲੜਾਕੂ ਸੁਭਾਅ ਸੀ। ਲੜਾਕੂ ਸੁਭਾਅ ਦਾ ਮਤਲਬ ਨਹੀਂ ਇਹ ਵੀ ਨਹੀਂ ਜਾਣੇ ਖਾਣੇ ਨਾਲ ਲੜ ਪੈਣਾ, ਭਾਵ ਕਿ ਤੁਰਕਾਂ ਦੇ ਨਾਲ ਤੇ ਵਧੀਕੀਆਂ ਕਰਨ ਵਾਲਿਆਂ ਦੇ ਨਾਲ ਉਹ ਸਦਾ ਹੀ ਫਿਰ ਜੰਗ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਸਨ। ਇਸ ਪ੍ਰਕਾਰ ਜਿਹੜਾ ਸਿੰਘ ਵੀ ਕਿਤੇ ਲੜ ਕੇ ਆ ਜਾਂਦਾ ਤੇ ਉਹਨੂੰ ਪ੍ਰੇਮ ਨਾਲ ਹਿੱਤ ਦੇ ਨਾਲ ਸਾਂਭਦੇ ਹਨ। ਰੰਚਕ ਮਾਤਰ ਵੀ ਮੌਤ ਤੋਂ ਮਰਨ ਤੋਂ ਡਰਦੇ ਨਹੀਂ ਹਨ। ਇਸ ਤਰ੍ਹਾਂ ਫਿਰ ਸਦਾ ਉਹ ਦੰਗਾ ਜਿਹੜਾ ਹੈ ਨਾ, ਜੰਗ ਲੜਾਈ ਕਰਨੀ, ਉਹ ਧਾਰ ਕੇ ਹੀ ਰੱਖਦੇ, ਜਿੱਥੇ ਲੋੜ ਪੈਂਦੀ ਤਿਆਰ ਹੋ ਜਾਂਦੇ ਹਨ। ਜਿਹੜੀ ਕਾਇਸ ਕਹਿੰਦੇ ਨੇ ਵੀ ਬਲਾ ਕਲੇਸ਼, ਜਿਹੜਾ ਕਲੇਸ਼ ਕਿਸੇ ਹੋਰ ਪਾਸੇ ਜਾਂਦਾ ਹੁੰਦਾ ਹੈ, ਉਹਨੂੰ ਆਪਣੇ ਪਾਸ ਸੱਦ ਲੈਂਦੇ ਨੇ ਤੇ 2 ਪਹਿਰ ਦਾ ਸਮਾਂ ਕਹਿੰਦੇ ਵੀ ਮੇਰਾ ਕਟਾ ਜਾ, ਭਾਵ ਲੜਾਈ ਕਿਸੇ ਦੀ ਹੁੰਦੀ ਤੇ ਗੱਲ ਆਪਣੇ ਪਾ ਲੈਂਦੇ ਹਨ। ਬਾਬਾ ਤਾਰਾ ਸਿੰਘ ਦੀ, ਨਿਹੰਗ ਸਿੰਘ ਦੀ ਇਹੋ ਜੀ ਬਾਣ ਆਦਤ ਬਣ ਗਈ ਹੈ। ਰੰਚਕ ਮਾਤਰ ਵੀ ਤੁਰਕਾਂ ਦੀ ਆਣ ਨਹੀਂ ਮੰਨਦੇ। ਜਿਨ੍ਹਾਂ ਨੂੰ ਭਰੋਸਾ ਮਾਲਕ ਦਾ, ਵਾਹਿਗੁਰੂ ਦਾ, ਉਹ ਕਿਸੇ ਦੀ ਈਨ ਨੂੰ ਕਿਉਂ ਮੰਨਣ, ਕਿਸੇ ਦੀ ਆਣ ਨੂੰ ਕਿਉਂ ਮੰਨਣ। ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਖ ਸੁਆਮੀ। ਜਿਨ੍ਹਾਂ ਦੇ ਪੱਖ ਵਿੱਚ ਉਹ ਮਾਲਕ ਵਾਹਿਗੁਰੂ ਹੈ ਨਾ, ਤੇ ਉਹ ਬੇਪਰਵਾਹ ਬਣ ਕੇ ਰਹਿੰਦੇ ਹਨ। ਬਾਬਾ ਜੀ ਕਹਿੰਦੇ ਵੀ ਮੈਂ ਦੰਗੇ ਤੋਂ ਕਿਉਂ ਟਰਾਂ, ਟਰਨ ਤੋਂ ਭਾਵੇਂ ਪਿੱਛੇ ਕਿਉਂ ਹਟਾਂ, ਮੈਂ ਜੰਗ ਕਰਨਾ ਕਿਉਂ ਛੱਡਾਂ। ਦੰਗਾ ਕਰਨਾ ਤਾਂ ਮੇਰੀ ਜਾਤ ਹੈ, ਮੈਨੂੰ ਤਾਂ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦੰਗਾ ਬਖਸ਼ਿਆ। ਜਾਤ ਪਾਤ ਸਿੰਘਨ ਕੀ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਮਹਾਰਾਜ ਰਾਜ ਦਿੰਦੇ ਸਨ, ਸਿੰਘ ਦੰਗਾ ਮੰਗਦੇ ਸਨ। ਜਾਤ ਗੋਤ ਸਿੰਘਾਂ ਦੀ ਜੰਗ ਕਰਨਾ ਹੀ ਹੈ, ਤੇ ਮਹਾਰਾਜ ਦੇ ਚਰਨਾਂ ਵਿੱਚ ਉਹ ਆਪ ਮੰਗ ਕੇ ਸਿੰਘਾਂ ਨੇ ਭਾਈ ਦੰਗਾ ਲੜਾਈ ਮੰਗੀ ਹੈ। ਬਾਬਾ ਤਾਰਾ ਸਿੰਘ ਜੀ ਕਹਿੰਦੇ ਵੀ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੰਗਾ ਕਰਨ ਵਾਸਤੇ, ਜੰਗ ਕਰਨ ਵਾਸਤੇ ਸਾਨੂੰ ਆਪ ਬਣਾਇਆ ਹੈ। ਦੰਗਾ ਕਰਨ ਨਾਲ, ਜੰਗ ਕਰਨ ਦੇ ਨਾਲ ਹੀ ਪਾਤਸ਼ਾਹੀ ਮਿਲਦੀ ਹੈ। ਤੇ ਕਹਿੰਦੇ ਨੇ ਵੀ ਜਦੋਂ ਦੰਗਾ ਕਰਾਂਗੇ ਨਾ, ਤੇ ਤਾਂ ਹੀ ਇਹ ਜਿਹੜਾ ਸੀਸ ਆਪਾਂ ਧਰਮ ਦੀ ਖਾਤਰ ਭੇਟ ਕਰ ਸਕਦੇ ਹਾਂ। ਜੇ ਜੰਗ ਨਹੀਂ ਕਰੋਗੇ ਤੇ ਜੰਗ ਤੋਂ ਬਿਨਾ ਕੋਈ ਤੁਹਾਡੀ ਬਾਤ ਵੀ ਨਹੀਂ ਪੁੱਛੇਗਾ, ਜਣਾ ਖਣਾ ਆ ਕੇ ਦਬਾ ਲਏਗਾ। ਤੇ ਜੇ ਤੁਸੀਂ ਤਿਆਰ ਬਰ ਤਿਆਰ ਰਹੋਗੇ ਤੇ ਕਿਸੇ ਦੀ ਈਨ ਨਹੀਂ ਮੰਨੋਗੇ, ਤੇ ਦੰਗੇ ਤੋਂ ਬਿਨਾ ਫਿਰ ਭਾਈ ਤੁਹਾਡੀ ਕੋਈ ਬਾਤ ਨਹੀਂ ਪੁੱਛੇਗਾ। ਇਸ ਤਰ੍ਹਾਂ ਇਹੋ ਜਿਹਾ ਘਾਤ ਜਾਣ ਕੇ, ਮੌਕਾ ਜਾਣ ਕੇ ਅਸੀਂ ਦੰਗਾ ਮਚਾ ਦਿੰਦੇ ਹਾਂ। ਇੱਕ ਨੌਸ਼ਹਿਰਾ ਨਗਰ ਸੀਗਾ, ਇਸ ਨਗਰ ਦੇ ਵਿੱਚ ਪੁੰਨੂ ਗੋਤ ਦੇ ਕਹਿੰਦੇ ਜੱਟ ਰਹਿੰਦੇ ਹਨ।
ਨਸ਼ਹਿਰੇ ਦਾ ਇੱਕ ਮਾਲਕ ਸੀ, ਚੌਧਰੀ ਸੀਗਾ ਸਾਹਿਬ ਰਾਏ। ਤੇ ਸਾਧ ਸੰਗਤ ਜੀ ਉਸ ਨਗਰ ਵਿੱਚ ਰਹਿੰਦਾ, ਉਸ ਨਗਰ ਦਾ ਚੌਧਰੀ ਮਾਲਕ ਦੇ ਬੜਾ ਹੰਕਾਰੀ ਪੁਰਸ਼ ਹੈ। ਸਾਹਿਬ ਰਾਏ ਦੇ ਘਰ ਦੇ ਵਿੱਚ ਨਾ 2 ਚੰਗੀਆਂ ਘੋੜੀਆਂ ਹਨ। ਤੇ ਉਹ ਕੀ ਕਰਦਾ ਸੀ ਵੀ ਆਪਣੀਆਂ ਘੋੜੀਆਂ ਨਾ ਲੋਕਾਂ ਦੇ ਖੇਤ ਵਿੱਚ ਵਾੜ ਦਿੰਦਾ ਸੀਗਾ ਤੇ ਲੋਕਾਂ ਦੀ ਫਸਲ ਉਜਾੜ ਦੇਣੀ। ਘੋੜੀਆਂ ਨੇ ਚਰ ਕੇ ਤੇ ਜਿਹੜੇ ਖੇਤ ਉਜਾੜ ਦੇਣੇ ਲੋਕਾਂ ਦੇ। ਤੇ ਉਹ ਸੰਗਦਾ ਨਹੀਂ ਸੀ ਇਹੋ ਜਿਹਾ ਕੰਮ ਕਰਨ ਵੇਲੇ। ਇਹ ਨਹੀਂ ਸੀ ਸੋਚਦਾ ਵੀ ਕਿਸੇ ਗਰੀਬ ਦੀ ਫਸਲ ਹੈ ਖਰਾਬ ਹੋ ਜਾਏਗੀ, ਤੇ ਉਹਨੂੰ ਪ੍ਰਵਾਹ ਕੋਈ ਨਹੀਂ ਸੀ, ਇਹੋ ਜਿਹਾ ਹੰਕਾਰੀ ਹੈ। ਤੇ ਇਸ ਨਗਰ ਵਿੱਚ 2 ਸਿੰਘ ਰਹਿੰਦੇ ਸਨ ਜਿਹੜੇ ਇੱਥੇ ਆਪਣੀ ਖੇਤੀ ਕਰਦੇ ਹਨ। ਉਹਨਾਂ ਫਸਲ ਉਗਾਣੀ ਤੇ ਸਾਹਿਬ ਰਾਏ ਦੀਆਂ ਘੋੜੀਆਂ ਨੇ ਆਉਣਾ ਤੇ ਉਹਨਾਂ ਦੀ ਫਸਲ ਆ ਕੇ ਚਰ ਜਾਣੀ। ਅਖੀਰ ਸਿੰਘ ਤੰਗ ਬਹੁਤ ਹੋ ਗਏ ਤੇ ਦੋਨੇ ਸਿੰਘ ਇਕੱਠੇ ਹੋ ਕੇ ਸਾਹਿਬ ਰਾਏ ਚੌਧਰੀ ਪਾਸ ਗਏ ਹਨ। ਆਖਣ ਲੱਗੇ, ਚੌਧਰੀ ਜੀ ਵੀ ਇਹ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ। ਆਪਣੀ ਘੋੜੀ ਬੰਨ੍ਹ ਕੇ ਰੱਖਿਆ ਕਰੋ, ਉਹ ਸਾਡੇ ਖੇਤ ਵਿੱਚ ਆ ਕੇ ਸਾਡਾ ਖੇਤ ਚਰ ਜਾਂਦੀ ਹੈ। ਇਹ ਗੱਲ ਸੁਣ ਕੇ ਉਹ ਸਾਹਿਬ ਰਾਏ ਜਿਹੜਾ ਚੌਧਰੀ ਹੈ ਸਿੰਘਾਂ ਨੂੰ ਅੱਗੋਂ ਜਵਾਬ ਦੇਣ ਲੱਗਾ। ਆਖਣ ਲੱਗਾ ਵੀ ਤੁਸੀਂ ਇਹ ਚਾਹੁੰਦੇ ਹੋ ਨਾ ਮੈਂ ਘੋੜੀ ਜਿਹੜੀ ਹੈ ਵੀ ਉਹ ਬੰਨ੍ਹ ਕੇ ਰੱਖਾਂ, ਮੈਂ ਨਾ ਤੁਹਾਡੇ ਵਾਲ ਮੁੰਨਣਾ ਚਾਹੁੰਦਾ ਆ। ਸਾਹਿਬ ਰਾਏ ਚੌਧਰੀ ਨੇ ਆਖਿਆ ਵੀ ਮੈਂ ਤੁਹਾਡੇ ਵਾਲ ਮੁੰਨਣਾ ਚਾਹੁੰਦਾ ਤੇ ਤੁਹਾਡੇ ਵਾਲ ਮੁੰਨ ਕੇ ਨਾ ਤੇ ਉਹਦੇ ਰੱਸੇ ਬਣਾ ਕੇ ਤੇ ਉਹਦੇ ਨਾਲ ਆਪਣੀ ਘੋੜੀ ਬੰਨਾਂਗਾ। ਇਹ ਜਿਹੜਾ ਜਵਾਬ ਸਾਹਿਬ ਰਾਏ ਨੇ ਸਿੰਘਾਂ ਨੂੰ ਦਿੱਤਾ ਹੈ। ਦੇਖੋ ਭਾਵੇਂ ਕਿਸੇ ਨੂੰ ਕੋਈ ਕਬੂਲ ਬੋਲ ਜਾਏ ਤੇ ਵੱਖਰੀ ਗੱਲ ਹੈ, ਖਾਸ ਕਰਕੇ ਗੁਰੂ ਕੇ ਸਿੰਘਾਂ ਨੂੰ ਜਦੋਂ ਕਕਾਰਾਂ ਦੀ ਬਾਬਤ ਕੇਸਾਂ ਦੀ ਬਾਬਤ ਕੋਈ ਇਹੋ ਜਿਹੀ ਗੱਲ ਕਹਿ ਦਏ ਨਾ ਉਹ ਨਹੀਂ ਬਰਦਾਸ਼ਤ ਕਰਦੇ। ਜਦੋਂ ਉਹਨਾਂ ਸਿੰਘਾਂ ਨੂੰ ਇਹੋ ਜਿਹੇ ਸ਼ਬਦ ਕੇਸਾਂ ਦੇ ਪ੍ਰਤੀ ਸਾਹਿਬ ਰਾਏ ਨੇ ਬੋਲੇ ਤੇ ਸਿੰਘਾਂ ਦੇ ਤਨ ਤੇ ਮਨ ਵਿੱਚ ਅੱਗ ਲੱਗ ਗਈ, ਵੀਰ ਰਸ ਆ ਗਿਆ ਹੈ। ਪਰ ਉਸ ਵਕਤ ਉਹ ਸਿੰਘ ਮਜਬੂਰ ਸਨ ਕਿਉਂਕਿ ਕਿਰਤੀ ਤੇ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਸਿੱਖ ਸਨ। ਉਹ ਕਹਿੰਦੇ ਵੀ ਅਸੀਂ ਹੁਣ ਕਰ ਵੀ ਕੀ ਸਕਦੇ ਹਾਂ, ਵੀ ਸਾਡਾ ਵੱਸ ਨਹੀਂ ਚੱਲ ਸਕਦਾ। ਸਿੰਘ ਆਖਣ ਲੱਗੇ ਵੀ ਅਸੀਂ ਕੁਝ ਕਰ ਨਹੀਂ ਸਕਦੇ, ਤੈਨੂੰ ਕਾਬੂ ਵੀ ਨਹੀਂ ਕਰ ਸਕਦੇ। ਉਹਨਾਂ ਸਿੰਘਾਂ ਦੀ ਜਿਹੜੀ ਟੱਬਰਦਾਰੀ ਉਸ ਪਿੰਡ ਦੇ ਵਿੱਚ ਹੈ, ਕਬੀਲਦਾਰੀ ਹੈ। ਸਿੰਘ ਕਹਿਣ ਲੱਗੇ, ਸਾਹਿਬ ਰਾਏ ਚੌਧਰੀ ਜੇ ਸਾਡਾ ਟੱਬਰ ਸਾਡਾ ਪਰਿਵਾਰ ਇੱਥੇ ਨਾ ਹੁੰਦਾ ਤੇ ਅਸੀਂ ਤੈਨੂੰ ਹੁਣੇ ਮਾਰ ਦਿੰਦੇ ਥਾਂ ਤੇ। ਤੂੰ ਕੇਸਾਂ ਦੀ ਬਾਬਤ ਅਜਿਹੇ ਬਚਨ ਆਖੇ ਨੇ, ਸਾਡੀ ਮਜਬੂਰੀ ਕਿ ਸਾਡਾ ਟੱਬਰ ਇੱਥੇ ਰਹਿੰਦਾ ਸੀ, ਕੁਝ ਕਰ ਨਹੀਂ ਸਕਦੇ। ਸਾਧ ਸੰਗਤ ਜੀ, ਇੱਕ ਭੁੱਸਿਓ ਨਾਮ ਦਾ ਨਗਰ ਹੈ। ਇਹ ਦੋਨੇ ਸਿੰਘ ਨਾ ਤੇ ਇੱਥੋਂ ਚੱਲ ਕੇ ਨਗਰ ਤੋਂ ਨਸ਼ਹਿਰੇ ਤੋਂ ਤੇ ਭੁੱਸਿਓ ਨਗਰ ਵਿੱਚ ਚਲੇ ਗਏ ਹਨ। ਉਸ ਨਗਰ ਵਿੱਚ 2 ਸਿੰਘ ਰਹਿੰਦੇ ਸਨ, ਇੱਕ ਬਘੇਲ ਸਿੰਘ ਤੇ ਇੱਕ ਅਮਰ ਸਿੰਘ। 2 ਸਿੰਘ ਇਸ ਨਗਰ ਵਿੱਚ ਵਸਦੇ ਨੇ ਤੇ ਜਾਤ ਉਹਨਾਂ ਦੀ ਢਿੱਲੋਂ ਹੈ ਤੇ ਉਹਨਾਂ ਦੇ ਪਾਸ ਇਹ ਸਿੰਘ ਚਲੇ ਗਏ ਹਨ। ਆਖਿਆ ਵੀ ਸਾਡੀ ਮਦਦ ਕਰੋ। ਬਘੇਲ ਸਿੰਘ ਅਮਰ ਸਿੰਘ ਕਹਿੰਦੇ ਵੀ ਕਿੱਦਾਂ ਮਦਦ ਕਰੀਏ। ਉਹ ਆਖਦੇ ਨੇ ਵੀ ਸਾਡੇ ਜਿਹੜੇ ਖੇਤ ਨੇ ਨਾ ਤੇ ਉਹ ਸਾਹਿਬ ਰਾਏ ਚੌਧਰੀ ਦੀਆਂ ਘੋੜੀਆਂ ਚਰ ਜਾਂਦੀਆਂ, ਤੇ ਜਦੋਂ ਅਸੀਂ ਉਹਨੂੰ ਆਖਿਆ ਤੇ ਉਹ ਕਹਿੰਦਾ ਵੀ ਮੈਂ ਤੁਹਾਡੇ ਕੇਸ ਮੁੰਨ ਕੇ ਤੇ ਉਹਦੇ ਰੱਸੇ ਬਣਾ ਕੇ ਘੋੜੀਆਂ ਬੰਨਾਂਗਾ। ਤੇ ਫਿਰ ਉਹਨਾਂ ਸਿੰਘਾਂ ਨੇ ਵਿਉਂਤ ਬਣਾਈ ਤੇ ਇਹਦੀਆਂ ਘੋੜੀਆਂ ਨਾ ਚੋਰੀ ਕਰ ਲਈਆਂ ਸਾਹਿਬ ਰਾਏ ਦੀਆਂ। ਜਦੋਂ ਖੇਤ ਚਰਨ ਆਈਆਂ ਨਾ ਘੋੜੀਆਂ ਤੇ ਸਿੰਘਾਂ ਨੇ ਉਹ ਚੋਰੀ ਕਰ ਲਈਆਂ ਤੇ ਚੋਰੀ ਕਰਕੇ ਤੇ ਇੱਥੋਂ ਅੱਗੇ ਕਿਤੇ ਹੋਰ ਨਗਰ ਵਿੱਚ ਲੈ ਗਏ। ਅੱਗੇ ਇੱਕ ਘੜਿਆਲ ਨਗਰ ਪੈਂਦਾ, ਉਹ ਘੜਿਆਲੇ ਨਗਰ ਦੇ ਵਿੱਚ ਇਹ ਘੋੜੀਆਂ ਦੋਨਾਂ ਨੇ ਪਹੁੰਚਾ ਦਿੱਤੀਆਂ। ਬਘੇਲ ਸਿੰਘ ਅਮਰ ਸਿੰਘ ਉਸ ਘੜਿਆਲੇ ਨਗਰ ਵਿੱਚ ਚਲੇ ਗਏ ਘੋੜੀਆਂ ਲੈ ਕੇ। ਉੱਥੇ ਫਿਰ ਲਖਬੀਰ ਸਿੰਘ ਸੰਧੂ ਰਹਿੰਦਾ ਸੀਗਾ ਤੇ ਉਹ ਜਿਹੜੀਆਂ ਦੋਨੇ ਘੋੜੀਆਂ ਬਘੇਲ ਸਿੰਘ ਤੇ ਅਮਰ ਸਿੰਘ ਕੋਲੋਂ ਉਹਨੇ ਲੈ ਲਈਆਂ। ਉੱਥੋਂ ਲੈ ਕੇ ਤੇ ਉਹ ਮਾਲਵੇ ਦੇ ਇਲਾਕੇ ਵਿੱਚ ਆ ਗਿਆ ਤੇ ਮਾਲਵੇ ਵਿੱਚ ਆ ਕੇ ਉਹਨੇ ਦੋਨੇ ਘੋੜੀਆਂ ਜਿਹੜੀਆਂ ਨੇ ਵੇਚ ਦਿੱਤੀਆਂ ਹਨ। ਫਿਰ ਉਹ ਜਿੰਨੀ ਵੀ ਮਾਇਆ ਸੀ, ਕਿਉਂਕਿ ਸਿੰਘਾਂ ਨੇ ਘੋੜੀਆਂ ਚੋਰੀ ਤਾਂ ਕੀਤੀਆਂ ਵੀ ਉਹ ਤੰਗ ਕਰਦੇ ਸਨ ਉਹਨੂੰ ਅਕਲ ਸਿਖਾਉਣ ਵਾਸਤੇ। ਇਹ ਨਹੀਂ ਵੀ ਘੋੜੀਆਂ ਚੋਰੀ ਕਰ ਲਈਆਂ ਤੇ ਲਿਆ ਕੇ ਵੇਚ ਕੇ ਤੇ ਪੈਸੇ ਜੇਬ 'ਚ ਪਾ ਲਏ, ਐਸਾ ਨਹੀਂ ਕੀਤਾ।
ਭਾਈ ਲਖਮੀਰ ਸਿੰਘ ਸੰਧੂ ਜਿਹੜੇ ਸਨ ਉਹ ਘੋੜੀਆਂ ਵੇਚ ਕੇ ਮਾਇਆ ਲੈ ਕੇ ਤੇ ਬਾਬਾ ਤਾਰਾ ਸਿੰਘ ਵਾਂ ਦੇ ਕੋਲ ਆ ਗਏ ਤੇ ਸਾਰੀ ਮਾਇਆ ਲਿਆ ਕੇ ਲੰਗਰ ਦੀ ਸੇਵਾ ਵਿੱਚ ਪਾ ਦਿੱਤੀ ਹੈ। ਮਗਰ ਸਾਹਿਬ ਰਾਏ ਸੇ ਜੋੜੇ। ਇੱਧਰ ਜਦੋਂ ਘੋੜੀਆਂ ਚੋਰੀ ਹੋ ਗਈਆਂ ਤੇ ਜਿਹੜਾ ਸਾਹਿਬ ਰਾਏ ਸੀ ਜਦੋਂ ਨੂੰ ਪਤਾ ਲੱਗਿਆ ਵੀ ਮੇਰੀਆਂ ਘੋੜੀਆਂ ਚੋਰੀ ਹੋ ਗਈਆਂ, ਉਹਨੇ ਜਿਹੜੇ ਖੋਜੀ ਹੁੰਦੇ ਨਾ ਪੁਰਾਣੇ ਸਮੇਂ ਵਿੱਚ ਪੈਰ ਵੇਖ ਕੇ ਪੈਰਾਂ ਦੇ ਨਿਸ਼ਾਨ ਉਹ ਵੇਖ ਕੇ ਤੇ ਉਹ ਲੱਭ ਲੈਂਦੇ ਸਨ ਵੀ ਘੋੜੇ ਘੋੜੀਆਂ ਜਾਂ ਮਨੁੱਖ ਕਿਹੜੇ ਪਾਸੇ ਨੂੰ ਗਏ ਨੇ, ਖੋਜ ਕਰ ਲੈਂਦੇ ਸਨ। ਪੈਰਾਂ ਦੀ ਪੈੜ ਨਾਪਦਿਆਂ ਉਹ ਲੱਭ ਲੈਂਦੇ ਸਨ ਲੋਕਾਂ ਨੂੰ। ਇਸ ਤਰ੍ਹਾਂ ਜਿਹੜੇ ਖੋਜੀ ਸਨ ਸਾਹਿਬ ਰਾਏ ਨੇ ਪਿੱਛੇ ਦੌੜਾ ਦਿੱਤੇ ਹਨ। ਹੁਣ ਕਹਿੰਦੇ ਉਹ ਖੋਜਦਿਆਂ ਜਿੱਥੇ ਸਿੰਘ ਰਹਿੰਦੇ ਸਨ ਤੇ ਉਹ ਖੋਜੀ ਉੱਥੇ ਪਹੁੰਚ ਗਏ ਹਨ। ਉਸ ਖੋਜੀ ਨੇ ਉਹਨਾਂ ਸਿੰਘਾਂ ਨੂੰ ਨਾ ਚੋਰ ਬਣਾ ਦਿੱਤਾ ਵੀ ਇਹੀ ਚੋਰ ਨੇ ਜਿਨ੍ਹਾਂ ਨੇ ਘੋੜੀਆਂ ਚੋਰੀ ਕੀਤੀਆਂ ਹਨ। ਹੁਣ ਸਿੰਘਾਂ ਵਾਸਤੇ ਸੰਕਟ ਬਣ ਗਿਆ, ਔਖਾ ਸਮਾਂ ਬਣ ਗਿਆ ਤੇ ਸਿੰਘਾਂ ਨੂੰ ਲੱਭਣ ਵਾਸਤੇ ਹੁਣ ਕੋਈ ਲੁਕਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਲੱਭਦੀ ਵੀ ਹੁਣ ਜਾਈਏ ਕਿਹੜੇ ਪਾਸੇ, ਵੀ ਰਾਜ ਵੀ ਤੁਰਕਾਂ ਦਾ ਤੇ ਔਖਾ ਭੀੜਾ ਸਮਾਂ ਬਣ ਗਿਆ ਹੈ। ਇਹ ਜਿਹੜੇ ਸਿੰਘ ਇਕੱਠੇ ਹੋ ਕੇ ਨਾ ਤੇ ਬਾਬਾ ਤਾਰਾ ਸਿੰਘ ਵਾਂ ਦੇ ਪਾਸ ਆ ਗਏ ਹਨ ਤੇ ਸਾਧ ਸੰਗਤ ਬਾਬਾ ਤਾਰਾ ਸਿੰਘ ਜੀ ਉਹ ਅੱਗੇ ਤਿਆਰ ਰਹਿੰਦੇ ਸਨ ਜੰਗ ਕਰਨ ਵਾਸਤੇ ਤੇ ਜੀਵਨ ਦੀ ਕੋਈ ਆਸ ਜਿਹੜੀ ਆ ਉਹ ਮਨ ਦੇ ਵਿੱਚ ਰੱਖਦੇ ਨਹੀਂ ਸਨ। ਜਦੋਂ ਸਿੰਘ ਉੱਥੇ ਆ ਗਏ ਤੇ ਮਗਰ ਸਾਹਿਬ ਰਾਏ ਵੀ ਬਾਬਾ ਤਾਰਾ ਸਿੰਘ ਦੇ ਕੋਲ ਆ ਗਏ। ਬਾਬੇ ਤਾਰਾ ਸਿੰਘ ਨੂੰ ਆ ਕੇ ਸਾਹਿਬ ਰਾਏ ਚੌਧਰੀ ਕਹਿਣ ਲੱਗਾ, ਚੌਧਰੀ ਕਹਿੰਦਾ ਵੀ ਮੇਰੇ ਚੋਰ ਤੇ ਤੁਹਾਡੇ ਕੋਲ ਆਏ ਨੇ ਤੇ ਮੇਰੇ ਚੋਰ ਜਿਹੜੇ ਨੇ ਫੜਾ ਦਿਓ ਤੇ ਮੈਨੂੰ ਉਹ ਚੋਰ ਦਿਓ ਤੇ ਮੈਂ ਉਹਨਾਂ ਨੂੰ ਸਜ਼ਾ ਦਿਆਂ। ਉਹਨਾਂ ਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ ਤੇ ਜੇ ਨਾ ਉਹ ਚੋਰ ਮੇਰੇ ਹਵਾਲੇ ਕੀਤੇ ਨਾ ਤੇ ਮੈਂ ਜਾ ਕੇ ਲਾਹੌਰ ਦਰਬਾਰ ਵਿੱਚ ਨਵਾਬ ਕੋਲ ਕਰਕੇ ਪੁਕਾਰ ਤੇ ਤੁਹਾਨੂੰ ਉੱਥੇ ਮੈਂ ਗ੍ਰਿਫਤਾਰ ਕਰਕੇ ਮੰਗਵਾਵਾਂਗਾ। ਜੇ ਤੂੰ ਹੁਣ ਰੱਖਣਾ ਚਾਹੁੰਦਾ ਨਾ ਭਾਵੇਂ ਇਹਨਾਂ ਨੂੰ ਖੂਬ ਚੰਗੀ ਤਰ੍ਹਾਂ ਸੰਭਾਲ ਕੇ ਆਪਣੇ ਕੋਲ ਰੱਖ ਲੈ ਤੇ ਕਿਤੇ ਫਿਰ ਇਹ ਨਾ ਹੋਵੇ ਵੀ ਬਾਅਦ ਵਿੱਚ ਇਹਨਾਂ ਨੂੰ ਇੱਥੇ ਸੰਭਾਲ ਕੇ ਰੱਖਣ ਦਾ ਫਲ ਮਿਲੇ। ਮੈਨੂੰ ਪਤਾ ਵੀ ਹੈ ਤਾਂ ਤੇਰੇ ਕੋਲ ਹੀ ਨੇ ਉਹ ਚੋਰ, ਅਸੀਂ ਵੀ ਖੋਜ ਕਰਕੇ ਇੱਥੇ ਪਹੁੰਚੇ ਆ ਤੇ ਜੇ ਤੂੰ ਉਹਨਾਂ ਨੂੰ ਲੁਕੋ ਕੇ ਰੱਖੇਂਗਾ ਤੇ ਫਿਰ ਉਹਦਾ ਜਿਹੜੀ ਸਜ਼ਾ ਹੈ ਨਾ ਉਹਦੀ ਤੈਨੂੰ ਆਪ ਭੁਗਤਣੀ ਪੈਣੀ ਹੈ। ਇਸ ਕਰਕੇ ਮਤਾ ਕਿਤੇ ਸਿੰਘ ਲੁਕੋ ਲਵੇਂ, ਅਖੀਰ ਤੈਨੂੰ ਭੋਗਣਾ ਪਵੇਗਾ। ਇਹ ਗੱਲ ਸੁਣ ਕੇ ਬਾਬਾ ਤਾਰਾ ਸਿੰਘ ਨੇ ਚੌਧਰੀ ਨੂੰ ਜਵਾਬ ਦਿੱਤਾ, ਆਖਣ ਲੱਗਾ, ਉਹ ਦੁਸ਼ਟਾ ਤੂੰ ਇਹਨਾਂ ਸਿੰਘਾਂ ਨੂੰ ਚੋਰ ਨਾ ਆਖੀ, ਇਹ ਸਿੰਘ ਚੋਰ ਨਹੀਂ ਹਨ। ਸਭ ਤੋਂ ਵੱਡਾ ਚੋਰ ਤਾਂ ਤੂੰ ਹੈ, ਤੂੰ ਲੋਕਾਂ ਦੀ ਖੇਤੀ ਚਰਾਉਣਾ ਹੈ, ਆਪਣੀਆਂ ਘੋੜੀਆਂ ਛੱਡ ਦੇਣਾ ਹੈ। ਤੈਨੂੰ ਥੋੜੀ ਬਾਤੀ ਵੀ ਸ਼ਰਮ ਨਹੀਂ ਆਉਂਦੀ ਕਿ ਗਰੀਬਾਂ ਦੇ ਖੇਤ ਉਜਾੜਨ ਵੇਲੇ ਤੂੰ ਥੋੜਾ ਵੀ ਨਹੀਂ ਸੋਚਦਾ। ਇਸ ਕਰਕੇ ਸਭ ਤੋਂ ਵੱਡਾ ਚੋਰ ਤੂੰ ਹੈ ਜਿਹੜਾ ਲੋਕਾਂ ਦੀ ਖੇਤੀ ਚਰਾ ਦਿੰਦਾ ਹੈ। ਉਹ ਇਹਨਾਂ ਨੂੰ ਚੋਰ ਕਹਿਣਾ ਨਹੀਂ, ਇਹ ਇਨਸਾਫ ਕਰਨ ਵਾਲੇ ਨੇ, ਇਹਨਾਂ ਨੇ ਇਨਸਾਫ ਕੀਤਾ। ਤੇਰੀਆਂ ਘੋੜੀਆਂ ਇਹਨਾਂ ਦੀ ਫਸਲ ਚੁਗਦੀਆਂ ਨੇ, ਇਹਨਾਂ ਨੇ ਤੈਨੂੰ ਲੁੱਟ ਲਿਆ ਤੇ ਹਿਸਾਬ ਬਰਾਬਰ ਹੋ ਗਿਆ। ਤੇ ਇਸ ਕਰਕੇ ਨਾ ਤਾਂ ਚੋਰ ਇਹ ਨੇ ਤੇ ਨਾ ਹੀ ਇਹਨਾਂ ਨੇ ਤੇਰੀਆਂ ਘੋੜੀਆਂ ਜਿਹੜੀਆਂ ਨੇ ਉਹ ਚੋਰੀ ਕੀਤੀਆਂ ਨੇ, ਬਲਕਿ ਇਹਨਾਂ ਇਨਸਾਫ ਕੀਤਾ ਹੈ। ਤੇ ਨਾਲੇ ਜਿਸ ਨਵਾਬ ਦੀ ਤੂੰ ਮੈਨੂੰ ਧਮਕੀ ਦੇ ਰਹੇ ਹੈ ਨਾ, ਡਰਾਵਾ ਦੇ ਰਿਹਾ ਹੈ, ਉਹ ਮੇਰੀ ਜਿੰਦ ਨੂੰ ਕੁੱਟ ਕੇ ਕੀ ਕੱਢ ਲੇਗਾ ਨਵਾਬ। ਅਸਾਂ ਨਹੀਂ ਮਰਨ ਤੋਂ ਡਰਦੇ, ਰੰਚਕ ਮਾਤਰ ਵੀ ਸਾਨੂੰ ਕਿਸੇ ਨਵਾਬ ਦੀ ਪਰਵਾਹ ਨਹੀਂ, ਸਾਨੂੰ ਮੌਤ ਦੀ ਪਰਵਾਹ ਨਹੀਂ। ਉਹ ਨਵਾਬ ਮੇਰੀ ਜਿੰਦ ਵਿੱਚੋਂ ਕੁੱਟ ਕੇ ਕੀ ਕੱਢੇਗਾ। ਬਾਬਾ ਤਾਰਾ ਸਿੰਘ ਜੀ ਕਹਿੰਦੇ, ਗੱਲ ਮੈਂ ਮਨ ਵਿੱਚ ਮਿੱਥ ਕੇ ਬੈਠਾ, ਇਹ ਮੈਂ ਆਪਣੀ ਦੇਹ ਨਾ ਆਪਣਾ ਸੀਸ ਤੁਰਕਾਂ ਦੇ ਸਿਰ ਹੀ ਲਾਣਾ ਹੈ। ਤੇ ਯਾਦ ਰੱਖੀ, ਮੈਂ ਇੱਥੋਂ ਲੁੱਕ ਕੇ ਕਿਤੇ ਹੋਰ ਜਗ੍ਹਾ ਤੇ ਨਹੀਂ ਜਾਵਾਂਗਾ, ਮੈਂ ਭੱਜ ਕੇ ਕਿਸੇ ਹੋਰ ਥਾਂ ਨਹੀਂ ਜਾਵਾਂਗਾ। ਮੈਂ ਲੁਕਣ ਤੇ ਭੱਜਣ ਵਾਲਾ ਨਹੀਂ, ਇੱਥੇ ਹੀ ਬੈਠਾ ਆ। ਤੇ ਜੇ ਤੂੰ ਨਵਾਬ ਕੋਲ ਜਾਣਾ ਤੇ ਚਲਾ ਜਾ ਕੇ ਨਵਾਬ ਨੂੰ ਜੋ ਕਹਿਣਾ ਕਹਿ ਦੇ। ਹਮ ਮਰੈ ਬਹੁਤਨ ਸੰਗ ਲੈ, ਇੱਥੇ ਬੈਠਾ ਮਰਾਂਗਾ ਜ਼ਰੂਰ, ਇਕੱਲਾ ਨਹੀਂ ਮਰਦਾ, ਬਹੁਤਿਆਂ ਨੂੰ ਨਾਲ ਲੈ ਕੇ ਹੀ ਮਰਾਂਗਾ।
ਭਾਈ ਰਤਨ ਸਿੰਘ ਕਹਿੰਦੇ ਇਸ ਤਰ੍ਹਾਂ ਗੱਲ ਵੱਧਦੀ ਨਾ ਬਹੁਤ ਵੱਧ ਗਈ ਹੈ। ਸਾਹਿਬਾ ਸਿੰਘਨ ਆਏ ਹੁਣ ਇਉਂ ਸਮਝ ਲਓ ਵੀ ਹੁਣ ਬੁਰਾ ਸਮਾਂ ਤੇ ਬੁਰੀ ਜਿਹੜੀ ਗੱਲ ਸਿੰਘਾਂ ਦੇ ਗਲ ਪੈ ਗਈ। ਜੱਟ ਪਾਪਟੇ ਫਰਿਆਦ ਕਰੀ ਇਹ ਜਿਹੜਾ ਸਾਹਿਬ ਰਾਏ ਚੌਧਰੀ ਸੀ ਇਹ ਪੱਟੀ ਚਲਾ ਗਿਆ ਹੈ। ਇਹਾਂ ਬੈਠੇ ਸੁਖ ਸੋ ਘਰੀ ਉਥੋਂ ਦਾ ਜਿਹੜਾ ਨਵਾਬ ਸੀ ਨਾ ਜ਼ਫਰ ਬੇਗ, ਉਹਨੂੰ ਜਾ ਕੇ ਆਖਣ ਲੱਗਾ ਵੀ ਤੂੰ ਸੁੱਖ ਦੇ ਨਾਲ ਇੱਥੇ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਹੈ ਨੇ ਸਿੰਘਨ ਉਗਰਾਹੇ ਤੇ ਸਾਨੂੰ ਤਾਂ ਸਿੰਘਾਂ ਨੇ ਵੀ ਉਗਰਾ ਲਿਆ। ਤੋਮਤ ਲਾ ਦਿੱਤੀ ਨਾ ਸਿੰਘਾਂ ਤੇ, ਜਾ ਕੇ ਆਪਣੀ ਕਰਤੂਤ ਨਹੀਂ ਦੱਸੀ ਵੀ ਮੈਂ ਕੀ ਕੀਤਾ ਹੈ। ਜ਼ਫਰ ਬੇਗ ਨੂੰ ਜਾ ਕੇ ਸਾਹਿਬ ਰਾਏ ਕਹਿਣ ਲੱਗਾ ਵੀ ਸਿੰਘਾਂ ਨੇ ਨਾ ਮਾਮਲਾ ਸਾਡੇ ਕੋਲੋਂ ਉਗਰਾ ਲਿਆ ਹੈ। ਟੁੱਟ ਕੇ ਇੱਕ ਹੀ ਦੇਖਾ ਹੈ ਅਸੀਂ ਤਾਂ ਮਾਮਲਾ ਟੈਕਸ ਇੱਕੋ ਥਾਂ ਤੇ ਦੇਾਂਗੇ, ਜਾਂ ਤੂੰ ਲੈ ਲੈ ਤੇ ਜਾਂ ਸਿੰਘ ਲੈਣ। ਜਿਹਦੇ ਕੋਲ ਬਲ ਹੈ ਉਹ ਸਾਡੇ ਕੋਲੋਂ ਟਕੇ ਲੈ ਲੈਣ। ਹੁਣ ਤਾਕਤ ਨਾਲ ਸਿੰਘਾਂ ਨੇ ਸਾਡੇ ਕੋਲੋਂ ਮਾਮਲਾ ਟੈਕਸ ਲੈ ਲਿਆ, ਅਸੀਂ ਤੈਨੂੰ ਨਹੀਂ ਦੇਣਾ, ਅਸੀਂ ਇੱਕ ਥਾਂ ਤੇ ਟੈਕਸ ਦੇਵਾਂਗੇ। ਆਗੋ ਤਿਸ ਲਾਗੇ ਆਗ ਇਹ ਬਚਨ ਸੁਣਦਿਆਂ ਸਾਰ ਜ਼ਫਰ ਬੇਗ ਨੂੰ ਅੱਗ ਲੱਗ ਗਈ। ਤੋ ਸ਼ੇਰ ਜਨ ਉੱਠਿਓ ਜਾਗ ਇਸ ਤਰ੍ਹਾਂ ਜਾਣੋ ਵੀ ਸੁੱਤਾ ਹੋਇਆ ਸ਼ੇਰ ਜਾਗ ਉੱਠਿਆ। ਪੁੱਛਿਓ ਹਾਕਮ ਸਿੰਘ ਹੈ ਕਿਥਾਏ ਜ਼ਫਰ ਬੇਗ ਪੁੱਛਣ ਲੱਗਾ ਦੱਸ ਕਿੱਥੇ ਨੇ ਸਿੰਘ ਜਿਨ੍ਹਾਂ ਨੇ ਮੇਰਾ ਟੈਕਸ ਤੇਰੇ ਕੋਲੋਂ ਲੁੱਟ ਲਿਆ ਹੈ। ਜੱਟ ਜਹ ਗੁੱਡਰਨ ਖਾਏ ਉਹ ਕਹਿਣ ਲੱਗਾ ਵੀ ਜਿਹੜਾ ਨਗਰ ਹੈ ਨਾ ਵਾਂ ਡੱਲ ਨਗਰ, ਜਿੱਥੇ ਬਹੁਤ ਸਾਰੇ ਬੁੱਟਰ ਗੋਤ ਦੇ ਲੋਕ ਰਹਿੰਦੇ ਨੇ, ਉਸ ਨਗਰ ਵਿੱਚ ਰਹਿਣ ਵਾਲਾ ਤਾਰਾ ਸਿੰਘ ਹੈ। ਤਾਰਾ ਸਿੰਘ ਗੁੰਗੋ ਚੜਾਏ ਤਾਰਾ ਸਿੰਘ ਨਾ ਬੁੱਗਾ ਚਣਾ ਕੇ ਤੇ ਉੱਥੇ ਬੈਠਾ ਹੋਇਆ ਹੈ ਰੋਜ਼ ਉਹਨੇ ਕਿੱਦਾਂ ਪਾਏ ਤੇ ਅਸਲ ਦੇ ਵਿੱਚ ਉਹਨੇ ਚਾਰ ਚਫੇਰੇ ਰੌਲਾ ਪਾਇਆ ਹੋਇਆ, ਗਰਦ ਮਚਾਈ ਹੋਈ ਹੈ। ਹਾਕਮ ਉਸ ਪੁੱਛੀ ਸਲਾਹੇ ਤੇ ਹਾਕਮ ਜਿਹੜਾ ਸੀ ਉਹ ਸਾਹਿਬ ਰਾਏ ਚੌਧਰੀ ਦੇ ਕੋਲੋਂ ਸਲਾਹ ਪੁੱਛਦਾ ਹੈ। ਜਮਈਅਤ ਹੈ ਤੇ ਪਾਏ ਆਖਣ ਲੱਗਾ ਵੀ ਇਹ ਵੀ ਦੱਸ ਦੇ ਵੀ ਉਹਦੇ ਪਾਸ ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਸਿੰਘ ਰਹਿੰਦੇ ਜਿਹੜੇ ਜੰਗ ਕਰ ਸਕਦੇ ਹਨ। ਉਸ ਪੈ ਕਰਨਾ ਹੀ ਉਹਨੇ ਜਵਾਬ ਦਿੱਤਾ ਚੌਧਰੀ ਨੇ ਕਿ ਉਹਦੇ ਪਾਸ ਨਾ ਕੋਈ ਬਹੁਤਾ ਵੱਡਾ ਕਿਲਾ ਵੀ ਨਹੀਂ ਹੈ, ਦੋ ਇੱਕ ਚਬਾਰੇ ਹੈ ਉਨ ਪਾਗੀ ਬਸ ਉਹਨਾਂ ਦੇ ਕੋਲ ਨਾ ਦੋ ਕੁ ਚਵਾਰੇ ਨੇ, ਜਿਨ੍ਹਾਂ ਚਵਾਰਿਆਂ ਦੇ ਵਿੱਚ ਰਹਿ ਕੇ ਉਹ ਆਪਣਾ ਸਮਾਂ ਕੱਢਦੇ ਹਨ। 20 ਸਿੰਘ ਤੋਂ ਸਦ ਹੀ ਰਹਿ ਤੇ 10 ਜਾਂ 20 ਸਿੰਘ ਜਿਹੜੇ ਨੇ ਉਹ ਸਦਾ ਭਾਈ ਤਾਰਾ ਸਿੰਘ ਦੇ ਨਾਲ ਰਹਿੰਦੇ ਹਨ। ਪੰਜ ਹੋਰ ਵੀ ਆਵਹਿ ਜਹੈ ਇਸ ਤੋਂ ਇਲਾਵਾ 15 ਕੁ ਸਿੰਘ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ, ਲੰਗਰ ਪਾਣੀ ਛਕਦੇ ਨੇ, ਗੁਰਮਤਾ ਕਰਦੇ ਨੇ ਬਹਿ ਕੇ। 10-20 ਸਿੰਘ ਹਰ ਵਕਤ ਨਾਲ ਰਹਿੰਦੇ ਨੇ ਤੇ 10-15 ਸਿੰਘ ਆਉਂਦੇ ਜਾਂਦੇ ਰਹਿੰਦੇ ਹਨ। ਨੇ ਜੋ ਕਿਸ ਪੈ ਤਲਵਾਰ ਕਿਸੇ ਕੋਲ ਨੇਜਾ ਤੇ ਕਿਸੇ ਕੋਲ ਤਲਵਾਰ ਹੈ। ਰਹਿ ਤਹਿ ਬਿਨ ਹਥਿਆਰ ਕਈ ਇਦਾਂ ਦੇ ਵੀ ਸਿੰਘ ਨੇ ਜਿਨ੍ਹਾਂ ਕੋਲ ਹਥਿਆਰ ਕੋਈ ਨਹੀਂ, ਉਹ ਹਥਿਆਰ ਤੋਂ ਬਿਨਾਂ ਹੀ ਰਹਿੰਦੇ ਹਨ। ਹਾਕਮ ਚੜਿਓ ਪਟਿਓ ਧਾਏ ਸੁਣ ਕੇ ਹਾਕਮ ਸੋਚਣ ਲੱਗਾ ਵੀ ਇਹਨਾਂ ਨੂੰ ਸੋਧਣਾ ਕੋਈ ਔਖੀ ਗੱਲ ਥੋੜਾ, ਜਿੱਥੇ 10-15 ਬੰਦੇ ਨੇ ਇਹਨਾਂ ਨੂੰ ਤਾਂ ਆਪਾਂ ਝੱਟ ਜਾ ਕੇ ਸੋਧ ਲਵਾਂਗੇ। ਤੇ 500 ਸਿਪਾਹੀਆਂ ਦਾ ਜਥਾ ਲੈ ਕੇ ਜਿਹੜਾ ਜ਼ਫਰ ਬੇਗ ਪੱਟੀ ਤੋਂ ਚੱਲ ਪਿਆ। ਤੋਰਿਓ ਕਰ ਸਾਹਿਬ ਰਾਏ ਉਹਨੇ ਸਾਹਿਬ ਰਾਏ ਨੂੰ ਮੂਹਰੇ ਕਰਕੇ ਤੋਰ ਲਿਆ ਵੀ ਅੱਗੇ ਲੱਗ ਕੇ ਦੱਸ ਵੀ ਕਿਹੜੇ ਨਗਰ ਵਿੱਚ ਤਾਰਾ ਸਿੰਘ ਰਹਿੰਦਾ ਹੈ। ਪਿਆਦੇ ਪੰਜੀ ਸਵਾਰ ਇਸੇ ਪ੍ਰਕਾਰ 80 ਪਿਆਦੇ ਤੇ 25 ਸਵਾਰ ਸਨ। 80 ਪੈਦਲ ਚੱਲਣ ਵਾਲੇ ਤੇ ਬਾਕੀ ਘੋੜਿਆਂ ਤੇ ਸਵਾਰ ਜਿਹੜੇ ਯੋਧੇ ਹਨ। ਧੁਰੋਂ ਕਤ ਮਾਰੋ ਮਾਰ ਇਸ ਤਰ੍ਹਾਂ ਧੁਰ ਤੋਂ ਹੀ ਮਾਰੋ ਮਾਰ ਕਰਦਿਆਂ ਪੱਟੀ ਤੋਂ ਚੱਲ ਪਏ ਤੇ ਭਾਈ ਤਾਰਾ ਸਿੰਘ ਤੇ ਹਮਲਾ ਕਰਨ ਵਾਸਤੇ ਵੀ ਜਾ ਕੇ ਮੋਰਚਾ ਤੁਰੰਤ ਫਤਿਹ ਕਰ ਦੇਣਾ ਹੈ। ਫੁਰਤੀ ਤੈ ਵਹਿ ਆਇਓ ਮਤ ਸਿੰਘ ਸੁਨ ਨਠ ਜਾਏ ਬੜੀ ਫੁਰਤੀ ਨਾਲ ਆਇਆ ਜ਼ਫਰ ਬੇਗ ਵੀ ਕਿਤੇ ਸਿੰਘ ਨੂੰ ਖਬਰ ਨਾ ਲੱਗ ਜਾਏ ਤੇ ਕਿਤੇ ਉਹ ਆਪਣਾ ਨਗਰ ਛੱਡ ਕੇ ਭੱਜ ਨਾ ਜਾਏ। ਪਰ ਉਹਨੂੰ ਕੀ ਪਤਾ ਸੀ ਵੀ ਉੱਥੇ ਬੈਠਿਆ ਭਾਈ ਤਾਰਾ ਸਿੰਘ ਤਾਂ ਦੂਜਿਆਂ ਦੀ ਬਲਾ ਵੀ ਆਪਣੇ ਗਲ 'ਚ ਪਾ ਲੈਂਦਾ, ਉਹਨੇ ਕਿੱਥੇ ਭੱਜਣਾ ਹੈ। ਉਹ ਸੋਚਦਾ ਵੀ ਕਿਤੇ ਮੇਰੀ ਫੌਜ ਸੁਣ ਕੇ ਤੇ ਇੱਥੋਂ ਹੀ ਭੱਜ ਨਾ ਜਾਣ। ਇਸ ਤਰ੍ਹਾਂ ਬੜੀ ਤੇਜ਼ੀ ਦੇ ਨਾਲ ਜ਼ਫਰ ਬੇਗ ਪੱਟੀ ਤੋਂ ਚੱਲ ਪਿਆ। ਫੇਰ ਸਵੇਰ ਤੋਂ ਦੇਈ ਅਗਲ ਹੋਰ ਪਹੁੰਚਾਏ ਮਨ ਵਿੱਚ ਸੋਚਣ ਲੱਗਾ ਵੀ ਜਾ ਕੇ ਘੇਰਾ ਪਾ ਲਵਾਂਗਾ ਤੇ ਘੇਰਾ ਪਾ ਕੇ ਤੇ ਭਾਈ ਤਾਰਾ ਸਿੰਘ ਤੇ ਨਾਲ ਦੇ ਸਿੰਘਾਂ ਨੂੰ ਸਵੇਰ ਹੁੰਦਿਆਂ ਸਰ ਲਾਹੌਰ ਪਹੁੰਚਾ ਦਿੱਤਾ ਜਾਵੇਗਾ। ਇਤ ਬਘੇਲ ਸਿੰਘ ਬਾਣੀ ਭੋਗ ਪਾਇਓ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਤੇ ਬਾਬਾ ਬਘੇਲ ਸਿੰਘ ਜੀ ਨਿਤਨੇਮ ਕਰਦੇ ਸਨ ਤੇ ਨਿਤਨੇਮ ਕਰਕੇ ਉਹਨਾਂ ਨੇ ਨਿਤਨੇਮ ਦਾ ਭੋਗ ਪਾਇਆ ਹੈ। ਅਰਦਾਸ ਬੇਨਤੀ ਕੀਤੀ ਹੈ। ਅਰਦਾਸ ਸਿੰਘ ਜੰਗਲਾ ਧਾਇਓ ਅਰਦਾਸ ਬੇਨਤੀ ਕੀਤੀ ਤੇ ਜੰਗਲ ਪਾਣੀ ਨੂੰ ਤੁਰ ਪਏ ਬਾਬਾ ਬਘੇਲ ਸਿੰਘ। ਆਪ ਖੋਜ ਤੁਰਕ ਨਜ਼ਰ ਉਸ ਆਏ ਤੇ ਜਦੋਂ ਜਾ ਰਹੇ ਸਨ ਰਾਹ ਵਿੱਚ ਉਹਨਾਂ ਨੂੰ ਨਜ਼ਰ ਆ ਗਈ ਵੀ ਤੁਰਕਾਂ ਦੀ ਫੌਜ ਤੁਰੀ ਆ ਰਹੀ ਹੈ। ਕਣ
ਸਾਧ ਸੰਗਤ ਜੀ ਹੁਣ ਇਹਨਾਂ ਨੂੰ ਪਤਾ ਤਾਂ ਸੀ ਵੀ ਕੁਝ ਨਾ ਕੁਝ ਹੋਣ ਵਾਲਾ ਹੀ ਹੈ। ਸਿੰਘ ਤਾਂ ਜਾਣਦੇ ਸਨ ਵੀ ਸਾਹਿਬ ਰਾਏ ਕਿਤੇ ਨਾ ਕਿਤੇ ਤਾਂ ਜ਼ਰੂਰ ਜਾਏਗਾ, ਚੁੱਪ ਕਰਕੇ ਥੋੜਾ ਬੈਠੇਗਾ। ਇਸ ਪ੍ਰਕਾਰ ਹੁਣ ਸਿੰਘਾਂ ਦੇ ਸਿਰ ਤੇ ਜਿਹੜੀ ਬਲਾ ਹੈ ਨਾ ਉਹ ਚੜ੍ਹ ਕੇ ਆ ਗਈ ਹੈ। ਹੱਥ ਦੇ ਵਿੱਚ ਨੇਜਾ ਸੀ ਤੇ ਗਾਤਰੇ ਦੇ ਵਿੱਚ ਤਲਵਾਰ ਸੀ। ਇਹ ਸਿੰਘ ਸ਼ਸਤਰ ਆਪਣੇ ਪਾਸ ਰੱਖਦੇ ਸਨ ਉਸ ਵਕਤ, ਅੱਜ ਵੀ ਰੱਖਦੇ ਨੇ। ਹੁਣ ਦਸਤਾਰ ਦੀ ਬੇਅਦਬੀ ਹੋਣੀ, ਆਪਾਂ ਨਿਊਜ਼ ਪੜ੍ਹਦੇ ਹਾਂ, ਕਦੇ ਖਬਰ ਲੱਗ ਜਾਂਦੀ ਅਖਬਾਰ ਵਿੱਚ, ਕਿਤੇ ਸੋਸ਼ਲ ਮੀਡੀਆ ਤੇ, ਫਲਾਣੀ ਜਗ੍ਹਾ ਤੇ ਸਿੰਘ ਨੂੰ ਕੁੱਟ ਦਿੱਤਾ, ਦਸਤਾਰ ਲਾਹ ਦਿੱਤੀ। ਉਹ ਭਲਿਓ ਮਾਰ ਹੀ ਖਾਓਗੇ ਜੇ ਸ਼ਸਤਰ ਨਹੀਂ ਹੋਏਗਾ। ਜੇ ਸੋਟਾ ਹੱਥ ਵਿੱਚ ਰੱਖਿਆ ਹੋਏਗਾ ਤੇ ਕਿਸੇ ਦੀ ਹਿੰਮਤ ਕਿਵੇਂ ਤੁਹਾਨੂੰ ਹੱਥ ਲਾ ਜਾਏ। ਨਾ ਤਾਂ ਅਣਖ ਰਹੀ ਤੇ ਨਾ ਸ਼ਸਤਰ ਰਹੇ, ਬਸ ਆ ਲੱਚਰ ਸੁਣਨਾ, ਗਾਣੇ ਸੁਣਨੇ, ਇਹ ਸਾਡੇ ਪੱਲੇ ਜ਼ਰੂਰ ਰਹਿ ਗਿਆ। ਤੇ ਜੇ ਭਾਈ ਹੁਣ ਉਹ ਸੁਣਨਾ ਫਿਰ ਤਾਂ ਡਾਂਗਾ ਪੈਣੀਆਂ ਹੀ ਪੈਣੀਆਂ ਨੇ। ਜਦੋਂ ਮਹਾਰਾਜ ਦੇ ਬਚਨਾਂ ਦੇ ਉੱਤੇ ਅਸੀਂ ਭਰੋਸਾ ਨਹੀਂ ਰੱਖਿਆ ਤੇ ਨਾ ਬਚਨ ਕਮਾਏ ਨੇ, ਫਿਰ ਡਾਂਗਾ ਹੀ ਪੈਣੀਆਂ ਨੇ। ਇਸ ਕਰਕੇ ਜਿਹੜੇ ਸਤਿਗੁਰੂ ਕਲਗੀਧਰ ਜੀ ਦੇ ਬਚਨ ਕਮਾਉਂਦੇ ਨੇ ਉਹਨਾਂ ਨੂੰ ਨਹੀਂ ਕੋਈ ਹੱਥ ਲਾ ਕੇ ਵੇਖ ਸਕਦਾ। ਸਾਰੇ ਸ਼ਸਤਰ ਤੋਂ ਡਰਦੇ ਨੇ। ਸ਼ਸਤਰ ਹੋਣਾ ਸਿੰਘ ਦੇ ਪਾਸ ਜ਼ਰੂਰੀ ਹੈ। ਇਸ ਕਰਕੇ ਸਾਧ ਸੰਗਤ ਜੀ, ਬਾਬਾ ਜੀ ਨੇ, ਬਘੇਲ ਸਿੰਘ ਨੇ ਹੱਥ ਵਿੱਚ ਨੇਜਾ ਤੇ ਗਲ ਦੇ ਵਿੱਚ ਤਲਵਾਰ ਪਾਈ ਹੋਈ ਹੈ ਤੇ ਨਾਲ ਇੱਕ ਗੜਵਾ ਫੜਿਆ ਹੋਇਆ ਹੱਥ ਆਦਿਕ ਸੋਚ ਕਰਨ ਵਾਸਤੇ, ਪਵਿੱਤਰ ਕਰਨ ਵਾਸਤੇ। ਹੁਣ ਦਚਿੱਤੀ ਵਾਲਾ ਸਮਾਂ ਬਣ ਗਿਆ ਵੀ ਉਧਰ ਅੰਮ੍ਰਿਤ ਵੇਲੇ ਦਾ ਸਮਾਂ, ਸੋਚ ਨੂੰ ਜਾ ਰਹੇ ਸਨ ਬਾਬਾ ਬਘੇਲ ਸਿੰਘ, ਇੱਕ ਇਕੱਲੇ ਸਨ ਤੇ ਉਧਰੋਂ ਤੁਰਕਾਂ ਦੀ ਜਿਹੜੀ ਫੌਜ ਸੀ ਉਹ ਚੜ੍ਹ ਕੇ ਆ ਗਈ ਹੈ। ਤੇ ਬਘੇਲ ਸਿੰਘ ਨੇ ਆਪਣੇ ਚਿੱਤ ਦੇ ਵਿੱਚ ਇਹ ਮਤਾ ਪਕਾ ਲਿਆ ਵੀ ਜੇ ਮੈਂ ਹੁਣ ਖਬਰ ਦੇਣ ਵਾਸਤੇ ਪਿੱਛੇ ਬੂੰਗੇ ਵਾਪਸ ਜਾਵਾਂਗਾ। ਵੇਖੋ ਸਿੰਘਾਂ ਦਾ ਸੁਭਾਅ ਕਿਦਾਂ ਦਾ ਸੀ ਵੀ ਜੇ ਮੈਂ ਪਿੱਛੇ ਖਬਰ ਦੇਣ ਵਾਸਤੇ ਗਿਆ ਨਾ ਤੇ ਸਿੰਘਾਂ ਨੇ ਕਹਿਣਾ ਵੀ ਇਹ ਡਰਦਾ ਮਾਰਾ ਮੁੜ ਕੇ ਆ ਗਿਆ ਵੀ ਸਾਨੂੰ ਖਬਰ ਦੇਣ ਵਾਸਤੇ ਵੀ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਹੈ। ਤੇ ਉਹਨਾਂ ਨੇ ਕਹਿਣਾ ਵੀ ਇਹਦਾ ਫਰਜ਼ ਬਣਦਾ ਸੀ ਵੀ ਜੇ ਤੁਰਕ ਆ ਗਏ ਤੇ ਉੱਥੇ ਜੰਗ ਕਰ ਲੈਂਦਾ, ਪਰ ਇਹਨੇ ਜੰਗ ਨਹੀਂ ਕੀਤਾ, ਇਹ ਡਰਦਾ ਮਾਰਾ ਪਿਛਾਂ ਨੂੰ ਮੁੜ ਆਇਆ ਹੈ। ਸਿੰਘ ਕਹਿੰਦਾ ਆਪਾਂ ਆਪਣਾ ਕੰਮ ਕਰਦੇ ਆ, ਕੋਈ ਨਹੀਂ, 1.25 ਲੱਖ ਫੌਜ ਬਹੁਤੀ ਹੈ ਇਹਨਾਂ ਤੁਰਕਾਂ ਨੂੰ। ਤੇ ਬਾਬਾ ਬਘੇਲ ਸਿੰਘ ਕਹਿੰਦੇ ਵੀ ਜਦੋਂ ਜੰਗ ਹੋਏਗਾ ਨਾ, ਖੜਕਾ ਦੜਕਾ ਹੋਵੇਗਾ, ਤਲਵਾਰਾਂ ਤੇ ਤਲਵਾਰਾਂ ਵੱਜਣਗੀਆਂ ਤੇ ਡੇਰੇ ਵਿੱਚ ਆਪੇ ਹੀ ਸਿੰਘਾਂ ਨੂੰ ਖਬਰ ਹੋ ਜਾਵੇਗੀ। ਜਦੋਂ ਇੱਥੇ ਮਾਰ ਕੁੱਟ ਸ਼ੁਰੂ ਹੋ ਜਾਣੀ, ਜੰਗ ਸ਼ੁਰੂ ਹੋ ਜਾਣੀ ਹੈ ਤੇ ਆਪੇ ਖਾਲਸੇ ਨੂੰ ਪਤਾ ਲੱਗ ਜਾਏਗਾ ਵੀ ਜੰਗ ਸ਼ੁਰੂ ਹੋ ਗਿਆ ਹੈ। ਇਕੱਲੇ ਸਿੰਘ ਨੇ ਜਫਰ ਬੇਗ ਨੂੰ ਲਲਕਾਰ ਦਿੱਤਾ ਵੀ ਭਾਈ ਖਾਲਸਾ ਤਿਆਰ ਬਰ ਤਿਆਰ, ਆਓ ਜਰਾ ਫਿਰ ਆ ਕੇ ਮੁਕਾਬਲਾ ਕਰੋ 1.25 ਲੱਖ ਫੌਜ ਦਾ। ਇਧਰ ਹਾਕਮ ਜਿਹੜਾ ਸੀ ਉਹ ਵੀ ਅੱਗੇ ਸਿੰਘਾਂ ਨੂੰ ਆਪਣੀ ਫੌਜ ਨੂੰ ਕਹਿਣ ਲੱਗ ਪਿਆ ਵੀ ਸਿੰਘ ਕਿਤੇ ਇੱਥੋਂ ਚਲਾ ਨਾ ਜਾਏ, ਫੜ ਲਓ ਜਾ ਕੇ ਇਹਨੂੰ, ਗ੍ਰਿਫਤਾਰ ਕਰ ਲਓ, ਹਮਲਾ ਕਰੋ ਇਹਦੇ ਉੱਪਰ। ਤੇ ਸਿੰਘ ਵੀ ਕਹਿੰਦਾ ਕੋਈ ਨਹੀਂ, ਆਓ ਫਿਰ ਸਨਮੁਖ ਤੇ ਤੁਹਾਨੂੰ ਇੱਕ ਵਾਰ ਚੰਡੀ ਦੇ ਭੇਟ ਕਰਦੇ ਹਾਂ। ਸਾਹਿਬ ਰਾਏ ਜਿਹੜਾ ਸੀ ਉਹਨੇ ਵੀ ਅੱਗੇ ਹੋ ਕਰਕੇ ਸਿੰਘ ਨੂੰ ਪਛਾਣ ਲਿਆ। ਤੇ ਜਦੋਂ ਸਾਹਿਬ ਰਾਏ ਨੇ ਪਛਾਣਿਆ ਵੀ ਇਹ ਉਹੀ ਬਘੇਲ ਸਿੰਘ ਹੈ ਜਿਹਨੇ ਘੋੜੀਆਂ ਚੋਰੀ ਕੀਤੀਆਂ, ਬਘੇਲ ਸਿੰਘ ਤੇ ਅਮਰ ਸਿੰਘ ਲੈ ਗਏ ਸਨ ਨਾ ਘੋੜੀਆਂ, ਆਖਦਾ ਵੀ ਇਹੀ ਬਘੇਲ ਸਿੰਘ ਹੈ ਜਿਹਨੇ ਘੋੜੀਆਂ ਚੋਰੀ ਕੀਤੀਆਂ ਹਨ। ਤੇ ਹਾਕਮ ਕਹਿੰਦਾ ਵੀ ਭਾਈ ਇਹ ਜਾਣਾ ਨਹੀਂ ਚਾਹੀਦਾ। ਆਖਣ ਲੱਗੇ ਸਾਰੇ ਸਿੰਘਾਂ ਦੇ ਵਿੱਚ ਨਾ ਸਭ ਤੋਂ ਵੱਡੀ ਬਿਆਦ ਜਿਹੜੀ ਹੈ ਨਾ, ਕਲੇਸ਼ ਪਾਉਣ ਵਾਲਾ ਇਹੀ ਹੈ ਵੀ ਕਿਉਂਕਿ ਇਹ ਘੋੜੀਆਂ ਚੋਰੀ ਕਰਕੇ ਲੈ ਕੇ ਗਿਆ ਹੈ। ਇੱਕ ਅੱਧੇ ਨੂੰ ਮਾਰ ਦਿਆਂਗੇ ਤੇ ਆਪੇ ਹੀ ਸਾਰੇ ਅੱਧੇ ਹੋ ਜਾਣਗੇ। ਇਹੀ ਹੈ ਘੋੜੀਆਂ ਨੂੰ ਚੋਰੀ ਕਰਨ ਵਾਲਾ ਬਘੇਲ ਸਿੰਘ। ਸਾਰੇ ਸਿੰਘਾਂ ਦੇ ਵਿੱਚ ਇਹ ਸਭ ਤੋਂ ਵੱਡੀ ਖੁਆਰੀ ਕਰਨ ਵਾਲਾ ਹੈ। ਇਸ ਕਰਕੇ ਜਾਣਾ ਨਹੀਂ ਚਾਹੀਦਾ, ਇਹਨੂੰ ਮਾਰ ਦਿਓ ਇੱਥੇ। ਸਾਧ ਸੰਗਤ ਜੀ, ਇਹ ਬਚਨ ਸੁਣਦਿਆਂ ਸਾਰ ਹਾਕਮ ਨੇ ਹੱਲਾ ਕਰ ਦਿੱਤਾ। ਫੌਜਾਂ ਨੂੰ ਆਖਿਆ ਮਤ ਸਿੰਘ ਪਾਵੈ ਜਾਣ, ਮਤਾ ਇਹ ਨਾ ਹੋਵੇ ਵੀ ਸਿੰਘ ਇੱਥੋਂ ਚਲਾ ਜਾਏ, ਇਹਨੂੰ ਜਾਣ ਨਹੀਂ ਦੇਣਾ। ਅੱਗੋਂ ਕੱਲਾ ਸਿੰਘ ਮਹਾਰਾਜ ਕਲਗੀਧਰ ਜੀ ਨੂੰ ਕਰਕੇ ਯਾਦ ਤੇ ਆਪਣੇ ਲੈ ਕੇ ਸ਼ਸਤਰ ਤੇ ਮੈਦਾਨੇ ਜੰਗ ਦੇ ਵਿੱਚ ਕੁੱਦ ਪਿਆ ਹੈ ਤੇ ਬੜਾ ਘਮਸਾਨ ਦਾ ਜੰਗ ਮਚ ਗਿਆ। ਇਧਰ ਜਫਰ ਬੇਗ ਦੀਆਂ ਫੌਜਾਂ ਜਿਹੜੀਆਂ ਨੇ, ਕੋਈ ਤੀਰ ਤੱਕ ਕੇ ਚਲਾਉਂਦਾ, ਕੋਈ ਬੰਦੂਕ ਤੱਕ ਕੇ ਚਲਾਉਂਦਾ ਹੈ।
ਹੁਣ ਕੱਲਾ ਸਿੰਘ ਸੀ ਤੇ ਅੰਮ੍ਰਿਤ ਵੇਲਾ ਹਲੇ ਹਨੇਰਾ ਹੀ ਸੀ, 4 ਚੁਫੇਰੇ ਤੇ ਬਾਬਾ ਬਘੇਲ ਸਿੰਘ ਨਾ ਤੇ ਇਹ ਤੁਰਕਾਂ ਦੀ ਫੌਜ ਵਿੱਚ ਜਾ ਕੇ ਰਲ ਗਿਆ, ਉਹਨਾਂ ਦੇ ਵਿੱਚ ਹੀ ਵੜ ਗਿਆ ਹੈ। ਸ਼ਸਤਰ ਉਨ ਲਗ ਪਾਠੇ। ਹੁਣ ਜਿੱਥੇ 500 ਜਾਣਾ ਹੋਵੇ ਤੇ ਇਕੱਲਾ ਜਾਣਾ ਜਦੋਂ ਉਹਨਾਂ ਵਿੱਚ ਵੜ ਜਾਏ ਤੇ ਇੱਕ ਰਾਤ ਦਾ ਸਮਾਂ ਹੋਵੇ ਤੇ ਫਿਰ ਉਹ ਲੱਭਦਾ ਥੋੜਾ ਵਿੱਚੋਂ। ਜਦੋਂ ਉਹਨਾਂ ਦੇ ਵਿੱਚ ਵੜ ਕੇ ਹੁਣ ਉਹ ਜਦੋਂ ਗੋਲੀ ਚਲਾਉਂਦੇ ਨੇ ਤੇ ਗੋਲੀ ਉਹਨਾਂ ਦੀ ਆਪਣੀ ਫੌਜ ਨੂੰ ਲੱਗੀ ਜਾਂਦੀ ਹੈ ਤੇ ਇਕੱਲਾ ਸਿੰਘ ਹੀ ਜਾ ਕੇ ਤੇ ਸ਼ਸਤਰ ਉਹਨਾਂ ਤੇ ਸ਼ਸਤਰਾਂ ਦਾ ਵਾਰ ਕਰਕੇ ਉਹਨਾਂ ਦਾ ਨਾਸ਼ ਕਰਦਾ ਹੈ। ਉਨ ਕੇ ਸ਼ਸਤਰ ਉਨ ਲਗ ਪਾਹੇ। ਉਹ ਤੁਰਕ ਜਦੋਂ ਸ਼ਸਤਰ ਮਾਰਦੇ ਨਾ ਉਹਨਾਂ ਦੇ ਸ਼ਸਤਰ ਉਹਨਾਂ ਨੂੰ ਆਪ ਹੀ ਵੱਜ ਜਾਂਦੇ ਹਨ। ਹਨੇਰੀ ਸਮਝ ਨ ਆਵੇ। ਹਨੇਰੀ ਰਾਤ ਸੀ ਤੇ ਕੁਝ ਸਮਝ ਨਹੀਂ ਆਉਂਦੀ ਕਿਸੇ ਨੇਜਾ ਕਿਸ ਮਾਰੇ ਤਲਵਾਰ। ਤੇ ਕਿਸੇ ਨੂੰ ਨੇਜੇ ਨਾਲ ਮਾਰਦੇ ਨੇ, ਕਿਸੇ ਨੂੰ ਤਲਵਾਰ ਦੇ ਨਾਲ ਮਾਰਦੇ ਭਾਈ ਬਘੇਲ ਸਿੰਘ। ਘੋੜੇ ਉਸ ਨੂੰ ਦੁਰਤ ਦੇ ਢਾਲ। ਜਿਹੜੇ ਘੋੜੇ ਤੇ ਤੁਰਕ ਬੈਠੇ ਨੇ ਫੜ ਕੇ ਹੇਠਾਂ ਸੁੱਟ ਦਿੰਦਾ ਹੈ। ਭਤੀਜੋ ਸਫਲਦਾਰ। ਜਿਹੜਾ ਜਫਰ ਬੇਗ ਸੀਗਾ ਉਹਦਾ ਇੱਕ ਭਤੀਜਾ ਸੀ ਜਿਹੜਾ ਫੌਜ ਵਿੱਚ ਸੀ। ਗੋਲੇ ਗੋਲੇ ਮੈਂ ਵਹਿ ਭਇਓ ਮਾਰ। ਰੌਲੇ ਗੋਲੇ ਦੇ ਵਿੱਚ ਉਹ ਵੀ ਮਾਰਿਆ ਗਿਆ। ਵਾਹਿਗੁਰੂ ਜਾਣੇ ਵੀ ਉਹ ਬਘੇਲ ਸਿੰਘ ਨੇ ਮਾਰਿਆ ਕਿ ਜਾਂ ਉਹ ਆਪਣੇ ਹੀ ਫੌਜੀਆਂ ਦੇ ਕੋਲੋਂ ਸ਼ਸਤਰ ਖਾ ਕੇ ਮਰ ਗਿਆ ਹੈ। ਜਾਣੋ ਕਿਸ ਦਾ ਲੱਗਈ। ਭਾਈ ਸਾਹਿਬ ਕਹਿੰਦੇ ਕੌਣ ਜਾਣੇ ਵੀ ਉਹ ਸ਼ਸਤਰ ਕਿਹਦੇ ਕੋਲੋਂ ਲੱਗ ਗਿਆ ਉਸ ਦੇ ਭਤੀਜੇ ਨੂੰ, ਜਫਰ ਬੇਗ ਦੇ ਨੂੰ, ਤੇ ਉਹਦੀ ਮੌਤ ਹੋ ਗਈ ਹੈ। ਬਘੇਲ ਸਿੰਘ ਪਤਾ ਜੁਆਈ। ਪਰ ਰੌਲਾ ਪੈ ਗਿਆ ਵੀ ਬਘੇਲ ਸਿੰਘ ਨੇ ਮਾਰ ਦਿੱਤਾ, ਬਘੇਲ ਸਿੰਘ ਨੇ ਮਾਰ ਦਿੱਤਾ ਤੇ ਫਤਿਹ ਜਿਹੜੀ ਸੀ ਉਹ ਬਘੇਲ ਸਿੰਘ ਦੇ ਹੱਸੇ ਆ ਗਈ ਹੈ। ਉਦੋਂ ਆਨ ਪਿਆਦੇ ਪਈ। ਇਹਨਾਂ ਨੂੰ ਹੋਰ ਜਿਹੜੀ ਪਿਆਦੀ ਫੌਜ ਸੀ ਨਾ ਪੈਦਲ ਚੱਲਣ ਵਾਲੀ, ਉਹ ਆ ਕੇ ਉਹਨਾਂ ਤੇ ਹਮਲਾ ਕਰਨ ਲੱਗ ਪਈ। ਗੋਲੇ ਸਿੰਘ ਪੱਟ ਭੰਨ ਦੇ। ਉਹਨਾਂ ਨੇ ਨਾ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਨਾ ਤੇ ਬਾਬਾ ਬਘੇਲ ਸਿੰਘ ਦੇ ਪੱਟ ਭੰਨ ਦਿੱਤੇ ਹਨ। ਬੰਦੂਕ ਸਿੰਘਨ ਸੁਨ ਪਾਈ। ਜਦੋਂ ਬੰਦੂਕਾਂ ਚੱਲੀਆਂ ਤੇ ਇਧਰ ਬੂੰਗੇ ਦੇ ਵਿੱਚ ਸਿੰਘਾਂ ਨੇ ਖੜਾਕ ਸੁਣਿਆ ਹੈ। ਸਿੰਘਨ ਦੇਈ ਭਜਾਏ ਲੜਾਈ। ਸਿੰਘਾਂ ਨੂੰ ਪਤਾ ਲੱਗ ਗਿਆ ਵੀ ਲੱਗਦਾ ਵੀ ਬਾਹਰ ਖੜਕਾ ਦੜਕਾ ਹੋ ਗਿਆ ਹੈ ਤੇ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਕੇ ਤੇ ਜੰਗ ਨੂੰ ਤੁਰ ਪਏ। ਚਾਲੂ ਕਰਦੇ ਹਟਾਏ। ਇਧਰ ਜਦੋਂ ਸਿੰਘਾਂ ਨੇ ਆ ਕੇ ਹਮਲਾ ਕਰ ਦਿੱਤਾ ਨਾ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਫਰ ਬੇਗ ਭੱਜ ਗਿਆ ਫੌਜਾਂ ਲੈ ਕੇ ਉਥੋਂ। ਨਾਲੇ ਸਿੰਘ ਵੀ ਗਿਣਤੀ ਦੇ 15 ਕੁ 20 ਸਿੰਘ ਹੀ ਸਨ, ਉੱਥੇ ਬਹੁਤੇ ਜ਼ਿਆਦੇ ਥੋੜਾ ਸਨ। ਭਾਈ ਤਾਰਾ ਸਿੰਘ ਆਏ ਲੈ ਕੇ ਸ਼ਸਤਰ, ਹੋਰ ਫੌਜਾਂ ਆਈਆਂ ਤੇ ਜਫਰ ਬੇਗ ਜਿਹੜਾ ਸੀ ਲੈ ਕੇ ਫੌਜਾਂ ਉਥੋਂ ਭੱਜ ਗਿਆ ਹੈ। ਦਿਓ ਭਾਈ ਪਰ ਦਿਓ ਭਰਾਏ। ਇਸ ਤਰ੍ਹਾਂ ਕਹਿੰਦੇ ਜਿਹੜਾ ਜਫਰ ਬੇਗ ਸੀ ਉਹਦੇ 2 ਭਰਾ ਹੋਰ ਸਨ, ਇੱਕ ਭਤੀਜਾ ਮਾਰਿਆ ਗਿਆ ਤੇ 2 ਭਰਾ ਇੱਥੇ ਸਿੰਘਾਂ ਹੱਥੋਂ ਮਾਰੇ ਗਏ ਹਨ। ਹੋਏ ਚਾਲੂ ਫੁਜਦਾਰ ਮੁੜ ਉਤਰਿਓ ਕੰਬੋ ਕੀ ਜਾਏ। ਸਾਧ ਸੰਗਤ ਜੀ ਇਸ ਪ੍ਰਕਾਰ ਇਹ ਜਿਹੜਾ ਫੌਜਦਾਰ ਸੀ ਇੱਥੋਂ ਚੱਲ ਪਿਆ ਤੇ ਇੱਥੋਂ ਜਾ ਕੇ ਕੰਬੋ ਕੀ ਨਗਰ ਵਿੱਚ ਜਾ ਉਤਰਿਆ ਹੈ। ਉਹਨੇ ਢੇਰ ਹੋਣਾ ਕੁੱਕੀ ਉਹ ਫਰਿਆਦ ਨਿਭਾਵੇ ਪਾਏ। ਜਫਰ ਬੇਗ ਨੇ ਸੋਚਿਆ ਵੀ ਮੈਂ ਤਾਂ ਮਦਦ ਕਰਨ ਆਇਆ ਸੀ ਤੇ ਆਪਣੀ ਫੌਜ ਮਰਵਾ ਕੇ ਬਹਿ ਗਿਆ। ਇੱਥੋਂ ਚੱਲ ਕੇ ਫਿਰ ਉਹਨੇ ਅੱਗੇ ਨਾ ਲਾਹੌਰ ਨੂੰ ਰੁੱਖ ਕਰ ਲਿਆ ਵੀ ਮੈਂ ਹੁਣ ਸਿੰਘਾਂ ਦੀ ਸ਼ਿਕਾਇਤ ਜਾ ਕੇ ਨਾ ਲਾਹੌਰ ਵਿਖੇ ਕਰਾਂਗਾ, ਉੱਥੇ ਫਰਿਆਦ ਕਰਾਂਗਾ। ਉਸ ਵਕਤ ਖਾਨ ਬਹਾਦਰ ਜਿਹੜਾ ਸੀਗਾ ਉਹ ਨਵਾਬ ਹੁੰਦਾ ਸੀਗਾ ਲਾਹੌਰ ਦਾ। ਇਹਨੂੰ ਸਿੰਘ ਖਾਨੂ ਕਹਿੰਦੇ ਸਨ ਤੇ ਇਹਦਾ ਪੂਰਾ ਨਾਮ ਜ਼ਕਰੀਆ ਖਾਨ ਹੈ। ਜ਼ਕਰੀਆ ਖਾਨ ਜਿਹੜਾ ਸੀ ਉਹ ਲਾਹੌਰ ਦਾ ਨਵਾਬ ਹੁੰਦਾ ਸੀ। ਆਪਣੇ ਹਾਲਾਤ ਜਿਹੜੇ ਨੇ ਨਾ ਜਫਰ ਬੇਗ ਜ਼ਕਰੀਆ ਖਾਨ ਨੂੰ ਵਿਖਾਉਣ ਵਾਸਤੇ ਤੁਰ ਪਿਆ। ਕਈ ਸਿੰਘਾਂ ਦੇ ਮਨ ਦੇ ਵਿੱਚ ਇਧਰ ਸੋਚ ਪੈ ਗਈ ਹੈ। ਉਹਨਾਂ ਨੇ ਆ ਕੇ ਇਸ ਤਰ੍ਹਾਂ ਬਾਬਾ ਤਾਰਾ ਸਿੰਘ ਨੂੰ ਇਹ ਬਚਨ ਕਹਿ ਦਿੱਤਾ ਹੈ ਤੇ ਸਿੰਘ ਆ ਕੇ ਕਹਿਣ ਲੱਗੇ ਬਾਬਾ ਜੀ ਹੁਣ ਤੁਹਾਡੀ ਫਤਿਹ ਤਾਂ ਇੱਕ ਵਾਰੀ ਹੋ ਗਈ ਹੈ ਤੇ ਹੁਣ ਨਾ ਤੁਸੀਂ 6 ਮਈ ਹੋ ਜਾਓ। ਇਹ ਸਿੰਘਾਂ ਦੇ ਬੋਲੇ ਹੁੰਦੇ ਸਨ, ਇਹ ਨਹੀਂ ਕਹਿੰਦੇ ਵੀ ਜਾ ਕੇ ਲੁਕ ਜਾਓ। ਜੇ ਸਿੰਘਾਂ ਨੇ ਭੱਜ ਜਾਣਾ ਤੇ ਹਰਨ ਭਰਨ ਹੋ ਗਏ ਵੀ ਤੁਸੀਂ ਬਾਬਾ ਜੀ 6 ਮਈ ਹੋ ਜਾਓ, ਕਿਤੇ ਜਾ ਕੇ ਨਾ ਗੁਪਤ ਹੋ ਜਾਓ। ਤੇ ਜਿਹੜੇ ਤੁਰਕ ਨੇ ਇੱਕ ਵਾਰ ਤਾਂ ਆਪਾਂ ਭਜਾ ਦਿੱਤੇ ਨੇ, ਹੁਣ ਇਹ ਵੱਡੀ ਫੌਜ ਲੈ ਕੇ ਆਉਣਗੇ ਤੇ ਆਪਾਂ ਇੱਥੇ ਆ ਗਏ 15-20 ਜਾਣੇ ਤੇ ਇਹਨਾਂ ਨਾਲ ਲੜ ਕੇ ਨਾ ਅਸੀਂ ਜਿੱਤ ਨਹੀਂ ਸਕਦੇ। ਐਵੇਂ ਬਿਨਾਂ ਕਿਸੇ ਕਾਰਨ ਤੋਂ ਅਸੀਂ ਉਹਨਾਂ ਨਾਲ ਦੁਬਾਰਾ ਜੰਗ ਕਰਾਂਗੇ ਤੇ ਆਪਣੀ ਜਾਨ ਗਵਾ ਲਵਾਂਗੇ। ਬਾਬਾ ਤਾਰਾ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਹਨ, ਆਖਣ ਲੱਗੇ ਭਾਈ ਸਿੰਘੋ ਅਸੀਂ ਤਾਂ ਆਪਣੀ ਜਾਨ ਨੂੰ ਪਿਆਰੀ ਕਰਕੇ ਮੰਨਦੇ ਨਹੀਂ, ਤੁਹਾਨੂੰ ਆਪਣੀ ਜਾਨ ਪਿਆਰੀ ਹੋਵੇਗੀ, ਮੈਨੂੰ ਆਪਣੀ ਜਾਨ ਪਿਆਰੀ ਨਹੀਂ ਹੈ।
ਅਸੀਂ ਤਾਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਬਚਨ ਪਿਆਰੇ ਕਰਕੇ ਰੱਖੇ ਹਿਰਦੇ ਵਿੱਚ, ਤੇ ਗੁਰੂ ਦੇ ਬਚਨਾਂ ਤੋਂ ਆਪਣੀ ਜ਼ਿੰਦਗੀ ਵੀ ਵਾਰ ਸਕਦੇ ਹਾਂ। ਕਰ ਸਤਿਗੁਰ ਦਿਓ ਹੈ ਭਾਗ। ਮਹਾਰਾਜ ਕਲਗੀਧਰ ਜੀ ਨੇ ਜਿਸ ਤਰ੍ਹਾਂ ਬਚਨ ਕਹੇ ਨੇ ਨਾ, ਅਸੀਂ ਉਹ ਬਚਨ ਜਿਹੜੇ ਨੇ ਆਪਣੇ ਜੀਵਨ ਵਿੱਚ ਕਮਾਉਣੇ ਹਨ। ਸੋ ਜੋ ਕਰਤ ਜੰਗ। ਮਹਾਰਾਜ ਕਲਗੀਧਰ ਜੀ ਦਾ ਫਰਮਾਨ ਹੈ, ਸਰਬਲੋਚ ਖਾਲਸਾ ਸੋ ਜੋ ਕਰਹਿ ਨਿਤ ਜੰਗ। ਖਾਲਸਾ ਉਹ ਹੈ ਵੀ ਜਿਹੜਾ ਨਿਤ ਜੰਗ ਕਰਦਾ। ਇਹ ਬਾਣੀ ਸਰਬਲੋਚ ਦੇ ਵਿੱਚ ਦਰਜ ਹੈ, ਜਿਹਦੇ ਵਿੱਚ ਖਾਲਸਾ ਮਹਿਮਾ ਮਹਾਰਾਜ ਨੇ ਉਚਾਰਨ ਕੀਤੀ ਹੈ ਵੀ ਅਸਲ ਵਿੱਚ ਖਾਲਸਾ ਕੌਣ ਹੁੰਦਾ ਹੈ। ਖਾਲਸਾ ਉਹ ਹੈ ਜਿਹੜਾ ਭਾਈ ਨਿਤ ਜੰਗ ਕਰਦਾ, ਦੁਸ਼ਟਾਂ ਦਾ ਘਾਤ ਕਰਦਾ ਹੈ। ਸੋ ਕਰੇ ਮਰਨੋ ਨ ਸੰਗ। ਸਤਿਗੁਰਾਂ ਦਾ ਬਚਨ ਹੈ ਵੀ ਸਿੰਘ ਉਹ ਹੈ ਜਿਹੜਾ ਮਰਨੋਂ ਸੰਗ ਨਹੀਂ ਕਰਦਾ। ਖਾਲਸਾ ਸੋ ਜੋ ਦੁਸ਼ਟ ਕੋ ਗੱਲ ਹੈ। ਖਾਲਸਾ ਉਹ ਹੈ ਜਿਹੜਾ ਦੁਸ਼ਟਾਂ ਨੂੰ ਗਾਲਦਾ ਹੈ, ਉਹਨਾਂ ਦਾ ਨਾਸ਼ ਕਰਦਾ ਹੈ। ਲੜ ਮਰੇਂਗੇ ਬੂੰਗੇ ਮਾਹੇ। ਇਸ ਕਰਕੇ ਸਿੰਘੋ ਮੈਂ ਤਾਂ ਆਪਣੇ ਬੂੰਗੇ ਵਿੱਚ ਲੜ ਕੇ ਮਰ ਜਾਵਾਂਗਾ। ਨਟ ਕਹਿ ਹਮ ਜਾਣਤ ਜਾਹੇ। ਤੁਸੀਂ ਕਹਿੰਦੇ ਵੀ ਛਈ ਮਈ ਹੋ ਜਾਓ, ਇਦਾਂ ਨਹੀਂ ਹੋ ਸਕਦਾ। ਆਪਣੀ ਜਾਨ ਬਚਾ ਕੇ ਨਹੀਂ ਇੱਥੋਂ ਮੈਂ ਨੱਠ ਸਕਦਾ। ਉਤੇ ਭੁਜੰਗੀ ਤਾਰੇ ਸਿੰਘ ਪਾਸ। ਜਿਹੜੇ ਬਾਬਾ ਤਾਰਾ ਸਿੰਘ ਦੇ ਪਾਸ ਭੁਜੰਗੀ ਨਿਹੰਗ ਸਿੰਘ ਸਨ, ਸਭਨ ਕੋ ਜੋ ਦਿਓ ਭਾਗ। ਉਹਨਾਂ ਨੇ ਇਸ ਤਰ੍ਹਾਂ ਸਾਰੇ ਸਿੰਘਾਂ ਨੂੰ ਇਹ ਬਚਨ ਸੁਣਾ ਦਿੱਤਾ ਵੀ ਭਾਈ ਸਿੰਘੋ ਜਿਨ੍ਹਾਂ ਨੇ ਤਾਂ ਇੱਥੇ ਸ਼ਹੀਦ ਹੋਣਾ ਹੈ, ਜਿਹੜੇ ਚਾਹੁੰਦੇ ਨੇ ਸ਼ਹਾਦਤ ਦਾ ਜਾਮ ਪੀਣਾ, ਉਹ ਤਾਂ ਰੁਕ ਜਾਓ ਇੱਥੇ। ਤੇ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਤੇ ਹੁਣੇ ਨੱਠ ਜਾਓ ਇੱਥੇ, ਫਿਰ ਨਾ ਆਖਿਓ ਵੀ ਦੱਸਿਆ ਨਹੀਂ। ਆਪਾਂ ਤਾਂ ਸ਼ਹੀਦ ਹੋਣਾ, ਤੇ ਜਿਨ੍ਹਾਂ ਨੱਠਣਾ ਉਹ ਨੱਠ ਜਾਓ। ਹੁਣ ਤਾਂ ਵੇਲਾ ਹੈ ਅੱਜ ਦਾ ਦਿਨ ਹੈ ਨੱਠਣ ਵਾਸਤੇ, ਤੁਹਾਡੇ ਕੋਲੋਂ ਮੌਕਾ, ਨੱਠ ਜਾਓ। ਤੇ ਫਿਰ ਕੱਲ ਨਹੀਂ ਭੱਜਣਾ ਮਿਲਣਾ। ਜਦੋਂ ਫੌਜ ਚੜ ਕੇ ਆ ਗਈ ਫਿਰ ਤੁਹਾਨੂੰ ਮੌਕਾ ਨਹੀਂ ਮਿਲੇਗਾ ਦੌੜਨ ਦਾ। ਇੰਨੀ ਗੱਲ ਸੁਣਦਿਆਂ ਜਿਹੜੇ ਕਈ ਸਾਡੇ ਵਰਗੇ ਪ੍ਰਸ਼ਾਦਾ ਛਕਣ ਵਾਲੇ ਸਨ ਉਹ ਨੱਠ ਗਏ। ਜਿਹੜੇ ਸਿਰੜੀ ਤੇ ਸਿਦਕੀ ਸਿੱਖ ਸਨ ਉਹ ਕਹਿੰਦੇ ਅਸਾਂ ਤਾਂ ਸ਼ਹਾਦਤ ਦਾ ਜਾਮ ਪੀਣਾ ਹੈ, ਉਹ ਬਾਬਾ ਤਾਰਾ ਸਿੰਘ ਦੇ ਪਾਸ ਉੱਥੇ ਹੀ ਰਹਿ ਗਏ ਹਨ। ਜਿਹੜੇ ਤਾਂ ਕੱਚੇ ਸਨ ਉਹ ਉਥੋਂ ਨੱਠ ਗਏ ਜਾਨ ਪਿਆਰੀ ਕਰਕੇ, ਤੇ ਜਿਹੜੇ ਪੱਕੇ ਸਿੰਘ ਬਾਣੀ ਬਾਣੇ ਨਾਲ ਪ੍ਰੇਮ ਕਰਨ ਵਾਲੇ ਸਨ ਉਥੇ ਬਾਬਾ ਤਾਰਾ ਸਿੰਘ ਦੇ ਪਾਸ ਹੀ ਰੁਕ ਗਏ ਹਨ। ਸਤਿਗੁਰਾਂ ਦੇ ਲਾਲ, ਸਤਿਗੁਰਾਂ ਦੇ ਪਿਆਰੇ ਜਿਹੜੇ ਸਾਬਤ ਸਿੰਘ, ਬਚਨਾਂ ਦੇ ਪੂਰੇ ਤੇ ਬਚਨਾਂ ਦੇ ਸੂਰੇ ਸਨ, ਉਹ ਸਿੰਘ ਉੱਥੇ ਹੀ ਰੁਕ ਗਏ ਹਨ। ਬਾਬਾ ਤਾਰਾ ਸਿੰਘ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਹੈ ਕਿ ਜਿਹੜੇ ਨੱਠ ਗਏ ਨੇ ਨਾ, ਇਹ ਸ਼ਹੀਦ ਹੋਣ ਤੋਂ ਹਾਰ ਗਏ ਨੇ, ਇਹ ਮਰਨ ਤੋਂ ਡਰ ਗਏ। ਇਹਨਾਂ ਨੂੰ ਤਾਂ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਮਿਲਣਾ ਸੀ ਜੇ ਸ਼ਹੀਦ ਹੋ ਜਾਂਦੇ, ਪਰ ਇਹਨਾਂ ਦੇ ਭਾਗਾਂ ਵਿੱਚ ਸ਼ਹਾਦਤ ਨਹੀਂ ਹੈ। ਤੇ ਜਿਹੜੇ ਸਾਡੇ ਪਿਆਰੇ ਸਿੰਘ ਹਨ, ਇੱਕ ਤਾਂ ਉਹ ਇੱਥੇ ਰਹਿ ਗਏ ਨੇ ਵੀ ਸਾਡੇ ਪਾਸ, ਤੇ ਦੂਜੇ ਕੁਝ ਕੁ ਸਿੰਘ ਸਾਡੇ ਪ੍ਰੇਮ ਵਾਲੇ ਹੋਰ ਨੇ ਜਿਹੜੇ ਇਹ ਗੱਲ ਕਹਿੰਦੇ ਸਨ ਵੀ ਬਾਬਾ ਜੀ ਜਦੋਂ ਵੀ ਸਮਾਂ ਆਵੇ ਨਾ ਸਾਨੂੰ ਯਾਦ ਕਰ ਲਿਓ, ਤੇ ਅਸੀਂ ਉਸੇ ਵਕਤੀ ਤਿਆਰ ਹੋ ਕੇ ਨਾ ਤੁਹਾਡੇ ਪਾਸ ਆ ਜਾਵਾਂਗੇ। ਜਿਵੇਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਨਾ ਪਿੱਛੇ ਵੀ 15-20 ਸਿੰਘ ਨਾਲ ਰਹਿੰਦੇ ਸਨ, ਤੇ 15 ਕੁ ਸਿੰਘ ਜਿਹੜੇ ਸਨ ਆਉਂਦੇ ਜਾਂਦੇ ਸਨ, ਵੀ ਲੰਗਰ ਪਾਣੀ ਛਕ ਲਿਆ, ਬਹਿ ਕੇ ਗੁਰਮਤਾ ਕਰ ਲਿਆ। ਤੇ ਉਹ ਸਿੰਘ ਜਿਹੜੇ ਆਉਂਦੇ ਜਾਂਦੇ ਸਨ ਉਹ ਇਹ ਕਹਿੰਦੇ ਸਨ ਬਾਬਾ ਜੀ ਜਦੋਂ ਮੌਕਾ ਹੋਵੇ ਤੇ ਉਦੋਂ ਦੱਸ ਦਿਓ, ਅਸੀਂ ਤਿਆਰ ਹੋ ਕੇ ਨਾ ਤੁਹਾਡੇ ਕੋਲ ਆ ਜਾਵਾਂਗੇ। ਬਾਬਾ ਜੀ ਕਹਿੰਦੇ ਵੀ ਹੁਣ ਇਸ ਤਰ੍ਹਾਂ ਚਾਹੀਦਾ ਵੀ ਆਪਾਂ ਉਹਨਾਂ ਸਿੰਘਾਂ ਨੂੰ ਵੀ ਖਬਰ ਕਰ ਦਈਏ, ਬਾਕੀ ਉਹਨਾਂ ਦੀ ਅੱਗੇ ਮਰਜ਼ੀ ਹੋਵੇਗੀ ਉਹਨਾਂ ਨੇ ਆਉਣਾ ਜਾਂ ਨਹੀਂ ਆਉਣਾ, ਵੀ ਕੱਲ ਨੂੰ ਇਹ ਨਾ ਕਹਿਣ ਵੀ ਤਾਰਾ ਸਿੰਘ ਨੇ ਦੱਸਿਆ ਨਹੀਂ। ਇਸ ਕਰਕੇ ਇੱਕ ਵਾਰੀ ਉਹਨਾਂ ਨੂੰ ਖਬਰ ਜ਼ਰੂਰ ਲਾ ਦਈਏ। ਉਹ ਜਦੋਂ ਵੀ ਆਉਂਦੇ ਸਨ ਨਾ ਇਹੀ ਕਹਿੰਦੇ ਸਨ ਬਾਬਾ ਜੀ ਜਦੋਂ ਜੰਗ ਦਾ ਵੇਲਾ ਹੋਇਆ ਤੇ ਸਾਨੂੰ ਯਾਦ ਜ਼ਰੂਰ ਕਰਿਓ। ਤੇ ਅਸਾਂ ਉਹਨਾਂ ਨਾਲ ਕਰਾਰ ਕੀਤਾ ਸੀ ਵੀ ਜਦੋਂ ਮੌਕਾ ਬਣਿਆ ਸ਼ਹਾਦਤ ਦਾ ਤੇ ਅਸੀਂ ਯਾਦ ਜ਼ਰੂਰ ਕਰਾਂਗੇ। ਜਬ ਖਾਵਤ ਸੁਨਹਿਰੋ, ਇਹਨਾਂ ਨੂੰ ਕਹਿੰਦੇ ਸਨ ਸੁਨਹਿਰੀਏ ਭਾਈ। ਸੁਨਹਿਰੀਏ ਭਾਈ ਦਾ ਭਾਵ ਵੀ ਇੱਕੋ ਥਾਲ ਦੇ ਵਿੱਚ ਛਕਣ ਵਾਲੇ ਸਿੰਘ, ਇੱਕੋ ਸੁਨਹਿਰੇ ਵਿੱਚ ਇੱਕੋ ਥਾਲ ਵਿੱਚ ਲੰਗਰ ਛਕਦੇ ਸਨ। ਤੇ ਜਦੋਂ ਅਸੀਂ ਇਸ ਤਰ੍ਹਾਂ ਇੱਕੋ ਥਾਲ ਵਿੱਚ ਪ੍ਰਸ਼ਾਦਾ ਛਕਦੇ ਸਾਂ ਤੇ ਉਦੋਂ ਅਸੀਂ ਕਰਾਰ ਕੀਤਾ ਸੀ ਉਹਨਾਂ ਸਿੰਘਾਂ ਦੇ ਨਾਲ ਵੀ ਜਦੋਂ ਸਮਾਂ ਆਇਆ ਨਾ ਇਕੱਲੇ ਸ਼ਹੀਦ ਨਹੀਂ ਹੋਵਾਂਗੇ, ਤੁਹਾਨੂੰ ਵੀ ਨਾਲ ਸੱਦ ਲਵਾਂਗੇ। ਇਸ ਤਰ੍ਹਾਂ ਬਾਬਾ ਤਾਰਾ ਸਿੰਘ ਜੀ
ਉਹਨਾਂ ਦੇ ਸ਼ਰੀਕ ਦੇ ਵਿੱਚੋਂ ਉਹਨਾਂ ਦੇ ਦੋ ਭਰਾ ਸਨ ਬੁੱਟਰ ਗੋਤ ਦੇ, ਇਉਂ ਕਹਿ ਲਓ ਵੀ ਚਾਚੇ ਤਾਏ ਦੇ ਪੁੱਤਰ ਸਨ। ਉਹ ਵੀ ਸਿੱਖੀ ਸਿਦਕ ਦੇ ਵਿੱਚ ਰਹਿਣ ਵਾਲੇ, ਰਹਿਤ ਮਰਿਆਦਾ ਵਿੱਚ ਪ੍ਰਪੱਕ ਤੇ ਤਿਆਰ ਬਰ ਤਿਆਰ ਰਹਿਣ ਵਾਲੇ ਸਨ। ਸਿੱਧਕੀ ਬੜ ਸੂਰਮੇ ਗੁਰ ਕੇ ਬਚਨ ਤੁਮਾਏ। ਵੱਡੇ ਸਿਦਕੀ ਵੱਡੇ ਸੂਰਮੇ ਸਨ, ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਨ ਵਾਲੇ ਸਨ। ਜੋ ਪਈ ਵਸਾਵਾ ਸਿੰਘ ਕੋਇਰ ਸਿੰਘ ਨਾਏ। ਇੱਕ ਦਾ ਨਾਮ ਬਾਬਾ ਵਸਾਵਾ ਸਿੰਘ ਤੇ ਦੂਜਿਆਂ ਦੇ ਦੂਜਾ ਜਿਹੜਾ ਨਾਮ ਹੈ ਭਾਈ ਕੋਇਰ ਸਿੰਘ। ਵਸਾਵਾ ਸਿੰਘ ਤੇ ਕੋਇਰ ਸਿੰਘ ਇਹ ਉਹਨਾਂ ਦੇ ਚਚੇਰੇ ਜਾਂ ਕਹਿ ਲਓ ਵੀ ਤਾਏ ਦੇ ਪੁੱਤਰ ਹਨ। ਸ਼ਾਹੀ ਚਲਿਓ ਥਾਏ। ਇਸੇ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਨੇ ਵੀ ਝੱਲਿਓ ਇਹਨਾਂ ਦਾ ਪਿੰਡ ਆ, ਉਸ ਨਗਰ ਦੇ ਰਹਿਣ ਵਾਲੇ ਹਨ। ਸਿੰਘ ਉਹ ਝਾਬ ਸਿੰਘ ਜੋ। ਸਾਧ ਸੰਗਤ ਜੀ ਇਹ ਜਿਹੜਾ ਝੱਲੀ ਪਿੰਡ ਆ ਲਾਹੌਰ ਤੋਂ 11 ਕੋ ਚੜ੍ਹਦੇ ਵਾਲੇ ਪਾਸੇ ਪੈਂਦਾ ਹੈ ਤੇ ਇਸ ਨਗਰ ਦੇ ਵਿੱਚ ਉਹ ਰਹਿਣ ਵਾਲੇ ਸਨ। ਤੇ ਸਮੁੰਦ ਸਿੰਘ ਔਰ ਝਾਬ ਸਿੰਘ ਜੋ ਦੋ ਸਿੰਘ ਹੋਰ, ਭਾਈ ਸਮੁੰਦ ਸਿੰਘ ਤੇ ਭਾਈ ਝਾਬ ਸਿੰਘ, ਤਾਰੇ ਸਿੰਘ ਮੁਲਤਾਨੀਏ ਦੋ। ਇਹ ਵੀ ਦੋ ਮੁਲਤਾਨੀਏ ਸਿੰਘ ਸਨ, ਮੁਲਤਾਨ ਦੇ ਰਹਿਣ ਵਾਲੇ ਤੇ ਬਾਬਾ ਤਾਰਾ ਸਿੰਘ ਦੇ ਸੰਗੀ ਪ੍ਰੇਮੀ ਸਿੰਘ ਸਨ। ਇਸੇ ਪ੍ਰਕਾਰ ਜਿਹੜਾ ਖਾਲੜਾ ਲਾਹੌਰ ਜ਼ਿਲ੍ਹੇ ਦਾ ਇੱਕ ਪਿੰਡ ਹੈ, ਖਾਲੜੇ ਪਿੰਡ ਵਿੱਚ ਰਹਿਣ ਵਾਲਾ ਇੱਕ ਗੁਰੂ ਕਾ ਸਿੰਘ ਹੈ ਬਾਬਾ ਸੂਰਾ ਸਿੰਘ। ਉਹਨੂੰ ਵੀ ਖਬਰ ਲਾ ਦਿੱਤੀ ਤੇ ਉਹ ਵੀ ਚੱਲ ਕੇ ਆਏ ਹਨ। ਜਦੋਂ ਚਿੱਠਾ ਗਿਆ, ਇਹ ਚਿੱਠੀ ਆਪਾਂ ਹੀ ਕਹਿੰਦੇ ਆ, ਖਾਲਸੇ ਦੇ ਬੋਲ ਬਾਲੇ ਵਿੱਚ ਚਿੱਠਾ ਹੀ ਕਹਿੰਦੇ ਨੇ। ਅਰਦਾਸ ਆਪਾਂ ਕਹਿੰਦੇ ਅਰਦਾਸਾ ਸੋਧ ਲਓ, ਆਪਾਂ ਕਹਿੰਦੇ ਅਰਦਾਸਾ ਕਰ ਲਈਏ, ਅਰਦਾਸਾ ਸੋਧ ਲਓ। ਆਪਾਂ ਡਿਊਟੀ ਕਹਿਣੀ, ਉਹਨਾਂ ਡਿਊਟਾ ਕਹਿਣਾ। ਤੇ ਆਪਾਂ ਕਹਿ ਦਿੰਦੇ ਆ ਜੀ ਵੀ ਭਾਜੀ, ਉਹ ਕਹਿੰਦੇ ਭਾਜਾ, ਲੰਗਰ ਦੀ ਜਿਹੜੀ ਸਬਜ਼ੀ ਹੁੰਦੀ ਉਹਨੂੰ ਭਾਜਾ ਕਹਿੰਦੇ ਨੇ। ਇਹ ਖਾਲਸੇ ਦੇ ਬੋਲ ਬਾਲੇ ਨੇ। ਜਿਹੜਾ ਚਿੱਠਾ ਸੀ ਸ਼ਹੀਦੀ ਦਾ ਭੇਜਿਆ ਜਦੋਂ ਬਾਬਾ ਤਾਰਾ ਸਿੰਘ ਨੇ, ਤੇ ਜਦੋਂ ਬਾਬਾ ਸੂਰਾ ਸਿੰਘ ਨੂੰ ਪਤਾ ਲੱਗਿਆ ਤੇ ਸ਼ਹੀਦੀ ਚਿੱਤ ਵਿੱਚ ਜਾਣ ਕੇ ਤੇ ਉਹ ਵੀ ਆ ਗਏ ਹਨ। ਇਸੇ ਪ੍ਰਕਾਰ ਜਿਹੜੇ ਬਾਬਾ ਲਖਮੀਰ ਸਿੰਘ ਘਰਿਆਲੇ ਵਾਲੇ ਉਹ ਵੀ ਆ ਗਏ ਹਨ। ਲਖਮੀਰ ਸਿੰਘ ਵੀ ਆ ਕੇ ਬਾਬਾ ਤਾਰਾ ਸਿੰਘ ਨੂੰ ਮਿਲੇ ਹਨ। ਇਸੇ ਪ੍ਰਕਾਰ ਪੜਾਨੀਏ ਨਗਰ ਦੇ ਦੋ ਸੰਧੂ ਸਿੰਘ ਸਨ, ਉਹ ਵੀ ਆ ਕੇ ਮਿਲੇ ਹਨ। ਆਲੀ ਸਿੰਘ ਤੇ ਗੁਰਬਖਸ਼ ਸਿੰਘ ਸੰਧੂ ਸਨ, ਇਹ ਆ ਕੇ ਮਿਲੇ ਹਨ। ਰਤੋ ਕੇ ਨਗਰ ਵਿੱਚ ਭੀਮ ਸਿੰਘ ਤੇ ਬਾਦਲ ਸਿੰਘ ਇਹ ਦੋ ਸਿੰਘ ਆਏ ਹਨ। ਬਾਬਾ ਤਾਰਾ ਸਿੰਘ ਦੀ ਅਰਦਾਸ ਸੁਣ ਕੇ ਤੁਰੰਤ ਹੀ ਆ ਗਏ ਜੰਗ ਕਰਨ ਵਾਸਤੇ। ਇਸੇ ਪ੍ਰਕਾਰ ਸਾਧ ਸੰਗਤ ਜੀ ਬਾਬਾ ਮੇਘ ਸਿੰਘ ਜੀ ਜਿਹੜੇ ਗਿੱਲ ਸਨ, ਮਦਰਾ ਨਗਰ ਵਿੱਚ ਰਹਿਣ ਵਾਲੇ। ਇਸੇ ਪ੍ਰਕਾਰ ਸਾਧ ਸੰਗਤ ਜੀ ਬਾਬਾ ਹਾਤਾ ਸਿੰਘ ਜਿਲ ਨਗਰ ਦੇ ਰਹਿਣ ਵਾਲੇ, ਉਹ ਵੀ ਪਹੁੰਚੇ ਹਨ। ਇਸੇ ਪ੍ਰਕਾਰ ਕਹਿੰਦੇ ਵੀ ਸਾਂਗਣ ਨਗਰ ਦੇ ਰਹਿਣ ਵਾਲੇ ਸ਼ੇਖੋਂ ਬਲਾਕਾ ਸਿੰਘ ਵੀ ਆਏ ਹਨ। ਇਸੇ ਪ੍ਰਕਾਰ ਨਾਰੋਵਾਲ ਨਗਰ ਦੇ ਵਿੱਚ ਰਹਿਣ ਵਾਲੇ ਬਾਬਾ ਜੋਧ ਸਿੰਘ ਬਾਜਵਾ, ਉਹ ਵੀ ਆਣ ਪਹੁੰਚੇ ਹਨ। ਪਸ਼ੌਰ ਦੇ ਰਹਿਣ ਵਾਲੇ ਭੂਗੜ ਸਿੰਘ ਤੇ ਬਾਬਾ ਰਸਾਲ ਸਿੰਘ, ਇਹ ਵੀ ਦੋ ਸਿੱਖ ਆਏ ਹਨ। ਇਹ ਵੀ ਦੋਨੇ ਸਿੰਘ ਪਸ਼ੌਰ ਦੇ ਰਹਿਣ ਵਾਲੇ ਬਾਬਾ ਤਾਰਾ ਸਿੰਘ ਦੇ ਸੰਗੀ ਸਨ। ਇੱਕੋ ਹੀ ਬਾਟੇ ਵਿੱਚ ਛਕਣ ਵਾਲੇ ਸੁਨਹਿਰੀਏ ਭਰਾ ਸਨ ਤੇ ਉਹਨਾਂ ਦੇ ਨਾਲ ਕਰਾਰ ਕੀਤਾ ਹੋਇਆ ਸੀ ਸ਼ਹੀਦੀ ਦਾ। ਉਹ ਵੀ ਤਿਆਰ ਬਰ ਤਿਆਰ ਹੋ ਕੇ ਆ ਗਏ। ਤੇ ਕਰਬਾਠਾ ਨਗਰ ਦੇ ਰਹਿਣ ਵਾਲੇ ਦੋ ਕਰਬਾਠ ਸਿੱਖ ਹਨ। ਸ਼ਹਾਦਤ ਲੈਣ ਵਾਸਤੇ ਤੇ ਜੰਗੀ ਪਹਿਰਾ ਬਣਾ ਕੇ ਉਹ ਵੀ ਆ ਗਏ। ਪਸਿਓਵਾਲ ਜਿਹੜਾ ਨਗਰ ਸੀਗਾ, ਉਹਦੇ ਰਹਿਣ ਵਾਲੇ ਅਮਰ ਸਿੰਘ ਬਘੇਲ ਸਿੰਘ ਦੇ ਨਾਲ ਅਮਰ ਸਿੰਘ ਸਨ, ਜਿਨ੍ਹਾਂ ਘੋੜੀਆਂ ਲਈਆਂ ਸਨ। ਤੇ ਅਮਰ ਸਿੰਘ ਨੂੰ ਵੀ ਖਬਰ ਲੱਗ ਗਈ ਤੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਪਹੁੰਚ ਗਏ ਹਨ। ਆ ਕੇ ਬਾਬਾ ਤਾਰਾ ਸਿੰਘ ਦੇ ਨਾਲ ਰਹਿਣ ਲੱਗ ਪਏ। ਇਸ ਤਰ੍ਹਾਂ ਗਿਣਤੀ ਜਦੋਂ ਕਰੀਏ ਤੇ 22 ਸਿੰਘ ਹੋ ਗਏ ਗਿਣਤੀ ਦੇ। ਕੁਝ ਬਾਅਦ ਵਿੱਚ ਆਏ ਤੇ ਕੁਝ ਪਹਿਲਾਂ ਰਹਿੰਦੇ ਸਨ ਤੇ ਕੁਝ ਨੱਠ ਗਏ ਸਨ। ਵਿੱਚੋਂ 15-20 ਸਿੰਘ ਰਹਿੰਦੇ ਸਨ, ਉਹਨਾਂ 'ਚ ਕੁਝ ਨੱਠ ਗਏ ਤੇ ਬਾਕੀ ਸਿੰਘਾਂ ਨੂੰ ਖਬਰ ਭੇਜ ਦਿੱਤੀ ਤੇ ਗਿਣਤੀ ਦੇ 22 ਸਿੰਘ ਹੋ ਗਏ ਜੰਗ ਕਰਨ ਵਾਲੇ। ਹਾਂਜੀ, ਕਿਲਾ ਕੋਟ ਥੇ ਨਹਿ
ਪਾਹੇ। ਉਹਨਾਂ ਸਿੰਘਾਂ ਦੇ ਕੋਲ ਕੋਈ ਕਿਲ੍ਹਾ ਨਹੀਂ ਸੀਗਾ ਜੰਗ ਕਰਨ ਵਾਸਤੇ। ਮੂੰਗਾ ਸੀ, 2 ਚਬਾਰੇ ਬਣੇ ਹੋਏ ਸਨ ਜਿਹਦੇ ਵਿੱਚ ਉਹ ਰਹਿੰਦੇ ਸਨ। ਸੀਸ ਲਗਾਵਨ ਕੀ ਭਈ ਚਾਹ। ਹੁਣ ਉਹਨਾਂ ਸਿੰਘਾਂ ਦੇ ਹਿਰਦੇ ਦੇ ਵਿੱਚ ਆਪਣਾ ਸੀਸ ਲਾਉਣ ਦੀ ਚਾਹ ਪੈਦਾ ਹੋ ਗਈ ਵੀ ਮਰੋ ਤੋਂ ਹਰ ਕੈ ਦਵਾਰ, ਗੁਰੂ ਵਾਸਤੇ ਮਰ ਜਾਣਾ ਹੈ ਮੈਦਾਨੇ ਜੰਗ ਵਿੱਚ। ਸਿੰਘਨ ਇੱਕ ਥੰਮ ਕਢਾਇਓ। ਤੁਰੰਤ ਹੀ ਸਿੰਘਾਂ ਨੇ ਇੱਕ ਬਹੁਤ ਵੱਡਾ ਜਿਹੜਾ ਥੰਮ ਸੀ ਨਾ ਉਹ ਘੜ ਲਿਆ ਹੈ। ਭੂਮ ਭਲੀ ਠੋਰ ਚੜਾਇਓ। ਉਹ ਥੰਮ ਘੜ ਕੇ ਤੇ ਉਹਨਾਂ ਨੇ ਇੱਕ ਜਗ੍ਹਾ ਵੇਖ ਕੇ ਉਹ ਜਗ੍ਹਾ ਵਿੱਚ ਥੰਮ ਗੱਡ ਦਿੱਤਾ। ਝਟਕੇ ਕਲ ਖਲ ਛੇਲੇ ਕਢਵਾਏ। ਤੇ ਸਾਧ ਸੰਗਤ ਜੀ ਕਹਿੰਦੇ ਝਟਕਾ ਕਰਕੇ ਚਟੰਗੇ ਦਾ ਤੇ ਉਹਦੀ ਜਿਹੜੀ ਖਲ ਸੀ ਉਹ ਲਾਹ ਲਈ ਹੈ। ਗਾਣੋ ਤੁਰਤ ਮੁੜਾਏ। ਉਸੇ ਵਕਤ ਹੀ ਕਹਿੰਦੇ ਸਿੰਘਾਂ ਨੇ ਤੁਰੰਤ ਨਗਾਰਾ ਬਣਾ ਲਿਆ। ਖਲ ਦਾ ਹੀ ਬਣਦਾ ਨਾ ਨਗਾਰਾ, ਜਾਨਵਰ ਦੀ ਖਲ ਦਾ। ਤੇ ਉਹ ਨਗਾਰਾ ਜਿਹੜਾ ਬਣਾ ਕੇ ਤੇ ਉਹਨਾਂ ਨੇ ਤਿਆਰ ਕਰ ਲਿਆ ਤੁਰਕਾਂ ਵਾਸਤੇ। ਤੇ ਸਿੰਘ ਕਹਿੰਦੇ ਵੀ ਜਦੋਂ ਤੁਰਕ ਆਉਣਗੇ ਤੇ ਫਿਰ ਆ ਕੇ ਇੱਥੇ ਆਪਾਂ ਨਗਾਰਾ ਵਜਾਣਾ ਹੀ ਨਗਾਰਾ ਵਜਾ ਕੇ ਤੇ ਉਹਨਾਂ ਨੂੰ ਦੱਸਣਾ ਵੀ ਖਾਲਸਾ ਜਿਹੜਾ ਭਾਈ ਆਕੀ ਹੈ ਤਿਆਰ ਬਰ ਤਿਆਰ ਜੰਗ ਕਰਨ ਵਾਸਤੇ। ਖਾਲਸੋ ਆਤਿਓ ਕਹਿ ਵਜਵਾਇਆ। ਵਾਂਗ ਟਮਕ ਤੇ ਡਗਾ ਲਗਾਇਆ। ਟਮਕ ਕਹਿੰਦੇ ਢੋਲ ਨੂੰ, ਜਿਵੇਂ ਢੋਲ ਤੇ ਡਗਾ ਮਾਰੀਦਾ ਨਾ, ਇਹਦਾ ਨਗਾਰਾ ਮੜ ਕੇ ਤੇ ਉਹਨਾਂ ਨੇ ਉਹਤੇ ਡਗਾ ਮਾਰਿਆ ਨਗਾਰੇ ਤੇ, ਜਿਹਨੂੰ ਆਪਾਂ ਚੋਭਾ ਕਹਿੰਦੇ ਆ। ਚੋਭਾ ਮਾਰ ਕੇ ਜਦੋਂ ਨਗਾਰਾ ਵਜਾਇਆ ਤੇ ਖਾਲਸਾ ਆਕੀਓ ਕਹਿ ਵਜਵਾਇਆ। ਜਦੋਂ ਨਗਾਰਾ ਕੋਈ ਵਜਾ ਦਿੰਦਾ ਨਾ ਉਦੋਂ ਇਹ ਕਹਿ ਦਿੰਦਾ ਵੀ ਅਸੀਂ ਆਕੀ ਆ ਤੁਹਾਡੇ ਤੋਂ। ਜਿਵੇਂ ਔਰੰਗਜ਼ੇਬ ਨੇ ਕਿਹਾ ਸੀ ਨਾ ਵੀ ਕੋਈ ਕਲਗੀ ਨਹੀਂ ਲਾ ਸਕਦਾ, ਤਾਜ ਨਹੀਂ ਲਾ ਸਕਦਾ, ਝਟਕਾ ਨਹੀਂ ਕਰ ਸਕਦਾ ਤੇ ਨਗਾਰਾ ਨਹੀਂ ਵਜਾ ਸਕਦਾ। ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਸਭ ਕੁਝ ਕੀਤਾ। ਅਸੀਂ ਬਾਗੀ ਹਾਂ, ਅਸੀਂ ਆਕੀ ਹਾਂ। ਸਾਡਾ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਬਾਦਸ਼ਾਹ ਸੀ, ਤੁਹਾਡੀ ਇੰਨਾ ਹੀ ਮੰਨਦੇ। ਤੇ ਮਹਾਰਾਜ ਕਲਗੀਧਰ ਜੀ ਨੇ ਰਣਜੀਤ ਨਗਾਰਾ ਬਣਾ ਕੇ ਜਦੋਂ ਵਜਾਇਆ ਤੇ ਪਹਾੜੀਆਂ ਦੇ ਦਿਲ ਹਿਲ ਗਏ ਤੇ ਦਿੱਲੀ ਤੱਕ ਤਾਂਗ ਪੈ ਗਈ। ਇੱਧਰ ਬਾਬਾ ਤਾਰਾ ਸਿੰਘ ਨੇ ਨਗਾਰਾ ਵਜਵਾ ਦਿੱਤਾ ਤੇ ਆਕੀ ਹੋ ਗਏ ਹਨ। ਤੇ ਕਹਿੰਦੇ ਨਗਾਰਾ ਵਜਾਉਣ ਦਾ ਕਾਰਨ ਪਤਾ ਕੀ ਸੀਗਾ? ਵੀ ਤੁਰਕ ਕਿਤੇ ਚੜ ਕੇ ਨਾ ਵਾਪਸ ਨਾ ਮੁੜ ਜਾਣ, ਵੀ ਸਿੰਘ ਜਾਂ ਤਾਂ ਇੱਥੋਂ ਨੱਠ ਗਏ ਹੋਣਗੇ, ਹਰਨ ਭਰਨ ਹੋ ਗਏ ਹੋਣਗੇ, ਵੀ ਕਿਤੇ ਵਾਪਸ ਨਾ ਮੁੜ ਜਾਣ। ਨਗਾਰਾ ਵਜਾ ਦਿੱਤਾ ਵੀ ਖਾਲਸਾ ਤਿਆਰ ਬਰ ਤਿਆਰ ਹੈ, ਜਦੋਂ ਮਰਜ਼ੀ ਆ ਕੇ ਜੰਗ ਕਰ ਲਿਓ। ਤੇ ਨਗਾਰਾ ਇਸ ਕਰਕੇ ਵਜਾਇਆ ਵੀ ਕਹਿੰਦੇ ਜ਼ਰੂਰ ਤੁਰਕ ਚੜ ਕੇ ਆਉਣਗੇ। ਨਗਾਰੇ ਦੀ ਆਵਾਜ਼ ਸੁਣ ਕੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸਿੰਘ ਇੱਥੇ ਬੈਠੇ ਹੋਏ ਨੇ। ਇਸ ਤਰ੍ਹਾਂ ਬਾਬਾ ਤਾਰਾ ਸਿੰਘ ਉਹਨਾਂ ਤੇ ਮੋਮਨ ਖਾਂ ਚੜ ਕੇ ਆਏਗਾ। ਮੋਮਨ ਖਾਂ ਨੂੰ ਜ਼ਕਰੀਆ ਖਾਂ ਨੇ ਜਫਰ ਬੇਗ ਦੇ ਨਾਲ ਭੇਜਿਆ ਸੀ ਇੱਥੇ ਜੰਗ ਕਰਨ ਵਾਸਤੇ। ਤੇ ਆਪਾਂ ਇਹਨਾਂ ਮਹਾਨ ਸੂਰਬੀਰ ਯੋਧਿਆਂ ਦੀ, ਮਹਾਂਪੁਰਸ਼ਾਂ ਦੀ ਕੱਲ ਕਥਾ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। हे गोविंद हे गोपाल हे दया प्राणनाथ अनाथ सखे दीन दर्द हे समराथ अगम पूरन मोहे मया तार अंधकूप महाभयान नानक पार आए प्रभ शरणागति कृपा निध दयाल एक अखर हर मन बस्त नानक होत वाहिगुरु नाम जहाज है चढ़े सोय उतरे जो शरदा कर सेवंदे गुर पार उतारण जो शरदा कर सेवंदे गुर पार उतारण हार। वाहिगुरु जी का खालसा वाहिगुरु जी की फतेह।